ਪੰਜਾਬ ਤੋਂ ਅਸੀਂ ਲਹਿੰਦੇ ਪੰਜਾਬ 'ਚ ਪੰਜਾਬੀ ਫਸੇ ਹੋਏ ਨੇ, ਅਪੀਲ ਕਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਕੱਢਿਆ ਜਾਵੇ। ਪਰ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਵਿਦੇਸ਼ਾਂ 'ਚ ਪੰਜਾਬੀ ਫਸੇ ਹੋਏ ਨੇ, ਉਹ ਪ੍ਰਵਾਸੀ ਪੰਜਾਬੀ ਜਿਹੜੇ ਉੱਥੇ ਪੀਆਰਵੀ ਨੇ, ਜਿਹੜੇ ਇੱਥੇ ਆਉਣਾ ਚਾਹੁੰਦੇ ਨੇ। ਕੁਝ ਟੂਰਿਸਟ ਗਏ ਹੋਏ ਸੀ, ਕੁਝ ਸਟੂਡੈਂਟ ਨੇ, ਕੋਈ ਕੁਛ ਹੈ ਕੋਈ ਕੁਛ ਹੈ, ਪਰ ਉਹਨਾਂ ਦਾ ਕਨੈਕਸ਼ਨ ਇਸ ਧਰਤੀ ਨਾਲ ਆ। ਔਰ ਇਹ ਧਰਤੀ ਦੀਆਂ ਹਵਾਵਾਂ ਉਹਨਾਂ ਨੂੰ ਜਦੋਂ ਵੀ ਇੱਥੇ ਕੋਈ ਬੁਰੀਆਂ ਹਵਾਵਾਂ ਵਗਦੀਆਂ ਉਹਨਾਂ ਨੂੰ ਦੁਖੀ ਕਰਦੀਆਂ ਨੇ, ਤਾਂ ਉਹਨਾਂ ਦਾ ਕਨੈਕਸ਼ਨ ਇਮੋਸ਼ਨਲ ਆ ਇਸ ਧਰਤੀ ਦੇ ਨਾਲ। ਬੇਹੱਦ ਸੰਵੇਦਨਸ਼ੀਲ ਰਿਸ਼ਤਾ ਪੰਜਾਬ ਦੀ ਧਰਤੀ ਦੇ ਨਾਲ ਉਹਨਾਂ ਪੰਜਾਬੀਆਂ ਦਾ, ਤੇ ਇੱਥੇ ਉਹ ਹਰ ਵਾਰ ਆਉਂਦੇ ਨੇ, ਹਰ ਛੁੱਟੀਆਂ 'ਚ ਆਉਂਦੇ ਨੇ। ਤੇ ਹੁਣ ਵੀ ਬਹੁਤ ਸਾਰੇ ਪੰਜਾਬੀ ਆਉਣਾ ਚਾਹੁੰਦੇ ਨੇ ਜਿਹੜੇ ਫਸੇ ਹੋਏ ਨੇ ਲਗਾਤਾਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਆਸਟ੍ਰੇਲੀਆ ਦੇ ਮੈਲਬਰਨ ਤੋਂ ਸਰੋਜ ਜੀ ਤੇ ਸਤੀਸ਼ ਜੀ ਦੋਵੇਂ ਆਉਣਾ ਚਾਹੁੰਦੇ ਨੇ, ਇੱਥੇ ਸਾਡੇ ਨਾਲ ਜੁੜ ਚੁੱਕੇ ਨੇ। ਇੱਕ ਸਟੂਡੈਂਟ ਜਿਹੜੇ ਸ਼ਿਵਮ, ਜਿਹੜੇ ਆ ਚੁੱਕੇ ਨੇ ਇੱਥੇ ਆਇਆਂ ਦੀਆਂ ਕੀ ਸਮੱਸਿਆਵਾਂ ਨੇ, ਸਰਕਾਰ ਕੀ ਕਰੇ? ਕਿਉਂਕਿ ਕੁਆਰੰਟਾਈਨ ਜਦੋਂ ਤੁਸੀਂ ਕਰਦੇ ਹੋ ਖਰਚੇ ਬਹੁਤ ਵੱਧ ਜਾਂਦੇ ਨੇ ਤੇ ਇਹਨਾਂ ਨੂੰ ਲੱਗਦਾ ਵਾਧੂ ਦੇ ਖਰਚੇ ਹੋ ਰਹੇ ਨੇ। ਸਾਡੇ ਨਾਲ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ। ਸਰਕਾਰ ਕੀ ਕਰ ਰਹੀ ਹੈ, ਸਰਕਾਰ ਦੀਆਂ ਗਾਈਡਲਾਈਨਸ ਕੀ ਨੇ, ਸਰਕਾਰ ਕੀ ਮਦਦ ਕਰ ਸਕਦੀ ਹੈ, ਅਗਰ ਮਦਦ ਕਿਸੇ ਨੇ ਲੈਣੀ ਹੈ ਉਹ ਕਿੱਥੇ ਲੈ ਸਕਦਾ ਹੈ, ਵਿਦੇਸ਼ਾਂ ਤੋਂ ਅਗਰ ਕਿਸੇ ਨੇ ਫੋਨ ਕਰਨਾ, ਸਰਕਾਰ ਨਾਲ ਸੰਪਰਕ ਸਾਧਨਾ, ਉਹ ਕਿਵੇਂ ਹੋ ਸਕਦਾ ਹੈ। तमाम ਗੱਲਾਂ ਬਾਤਾਂ ਕਰਾਂਗੇ। ਪਰ ਸਭ ਤੋਂ ਪਹਿਲਾਂ ਸਾਡੇ ਨਾਲ ਸਰੋਜ ਜੀ ਨੇ ਮੈਲਬਰਨ ਤੋਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰੋਜ ਜੀ, ਕੀ ਸਮੱਸਿਆ ਆ ਰਹੀ ਹੈ? ਸਭ ਤੋਂ ਪਹਿਲਾਂ ਤੁਸੀਂ ਆਉਣਾ ਚਾਹੁੰਦੇ ਹੋ, ਕੀ ਸਮੱਸਿਆਵਾਂ ਆ ਰਹੀਆਂ ਨੇ? ਕੀ ਫਲਾਈਟਸ ਨਹੀਂ ਹੈਗੀਆਂ ਜਾਂ ਬਹੁਤ ਮਹਿੰਗੀਆਂ ਫਲਾਈਟਸ ਨੇ? ਹਾਂਜੀ, ਅਸੀਂ 4 ਫਰਵਰੀ ਨੂੰ ਆਏ ਸੀਗੇ ਮੈਲਬੌਰਨ ਜੀ, ਤੇ 2 ਅਪ੍ਰੈਲ ਦੀ ਸਾਡੀ ਵਾਪਸੀ ਸੀਗੀ ਜੀ। ਤੇ ਪਿੱਛੇ ਹਾਂਜੀ, ਤੇ ਫਿਰ ਲੋਕਡਾਊਨ ਕਰਕੇ ਸਾਡੀ ਸੀਟ ਕੈਨਸਲ ਹੋ ਗਈ ਜੀ। ਤੇ ਹੁਣ ਅਸੀਂ ਆਣਾ ਚਾਹੁੰਦੇ ਹੈਗੇ ਆ, ਉੱਥੇ ਘਰ ਵੀ ਹੈ, ਪਿੱਛੇ ਆਪਣਾ ਬਿਜ਼ਨਸ ਹੈਗਾ ਇਹਨਾਂ ਦਾ। ਤੇ ਇਸ ਕਰਕੇ ਅਸੀਂ ਕਾਫੀ ਪਰੇਸ਼ਾਨ ਆ ਤੇ ਵਾਪਸ ਜਾਣ ਦਾ ਕੋਈ ਸੰਬੰਧ ਨਹੀਂ ਬਣਦਾ ਪਿਆ, ਕਿਉਂਕਿ ਟਿਕਟ ਵੀ ਮਹਿੰਗੀ ਆ। ਤੇ ਅਸੀਂ ਸਰਕਾਰ ਅੱਗੇ ਇਹੀ ਗੁੰਜਾਇਸ਼ ਹੈਗੀ ਹੈ, ਸਾਡੀ ਸਿਫਾਰਿਸ਼ ਕਰਦੇ ਆ ਜੀ ਕਿ ਜੇ ਸਾਨੂੰ ਬੁਲਾਇਆ ਜਾਂਦਾ ਹੈ ਤੇ ਘਰ ਦੇ ਵਿੱਚ ਹੀ ਰੱਖਿਆ ਜਾਵੇ। ਜੇ ਅਸੀਂ ਸਾਰੇ ਠੀਕ ਹੈਗੇ, ਸਾਡੀ ਸਿਹਤ ਠੀਕ ਹੋਵੇ, ਤੇ ਹੋਟਲਾਂ ਦੇ ਖਰਚੇ ਵਾਧੂ ਦੇ ਨਾ ਪਾਏ ਜਾਣ। ਇੱਕ ਤਾਂ ਟਿਕਟਾਂ ਬੜੀਆਂ ਮਹਿੰਗੀਆਂ ਆ ਤੇ ਉੱਪਰੋਂ ਹੋਟਲ ਦੇ ਖਰਚੇ ਫਿਰ ਉੱਤੇ ਪੈ ਰਹੇ ਆ ਜੀ ਜੀ। ਇਹ ਪਰੇਸ਼ਾਨੀ ਵਿੱਚੋਂ ਕੱਢਿਆ ਜਾਵੇ। ਤੁਸੀਂ ਅਪਰੋਚ ਕਰ ਰਹੇ ਹੋਗੇ, ਔਰ ਜਿਹੜੇ ਖਰਚਾ ਜ਼ਿਆਦਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹਦੇ ਲਈ ਅਪਰੋਚ ਕੀਤੀ ਹੈ ਕਿ ਅਸੀਂ ਜਿਹੜਾ ਇੱਕ ਲਿਮਿਟਡ ਖਰਚਾ ਹੋਵੇ, ਦੁੱਗਣਾ ਤਿੱਗਣਾ ਚੌਗਣਾ ਖਰਚਾ ਹੋ ਰਿਹਾ ਸ਼ਾਇਦ ਨਹੀਂ। ਜੇ ਕੋਈ ਮਰੀਜ਼, ਜੇ ਕੋਈ ਮਤਲਬ ਕਿ ਪੈਸੇਂਜਰ ਜੋ ਹੈਗਾ ਠੀਕ ਹੈਗਾ ਆ, ਤੇ ਉਹਨੂੰ ਘਰ ਦੇ ਵਿੱਚ ਭੇਜ ਦਿੱਤਾ ਜਾਵੇ। ਹਰੇਕ ਨੂੰ ਆਪਣੀ ਸਿਹਤ ਦਾ ਧਿਆਨ ਹੁੰਦਾ ਹੈ, ਹਰ ਕੋਈ ਆਪਣੀ ਜਾਨ ਬਾਰੇ ਬਚਾਣੀ ਚਾਹੁੰਦਾ ਹੈ ਨਾ। ਜੇ ਕੋਈ ਬਿਮਾਰ ਹੈਗਾ ਉਹਨੂੰ ਤੁਸੀਂ ਹਸਪਤਾਲ 'ਚ ਕਰੋ, ਜੇ ਨਹੀਂ ਠੀਕ ਠਾਕ ਹੈਗੇ ਅਸੀਂ, ਜੇ ਸਾਨੂੰ ਅਗਲੇ ਕਹਿੰਦੇ ਵੀ ਠੀਕ ਹੈਗੇ, ਕੋਈ ਪ੍ਰੋਬਲਮ ਨਹੀਂ ਹੈਗੀ, ਫਿਰ ਸਾਨੂੰ ਘਰ ਦੇ ਵਿੱਚ ਕੁਆਰੰਟਾਈਨ ਕਰਨਾ ਚਾਹੀਦਾ। ਬਿਲਕੁਲ, ਫਾਲਤੂ ਦਾ ਖਰਚਾ ਹੀ ਹੈ ਉੱਪਰ। ਇੱਕ ਤਾਂ ਜੀ ਜੀ, ਸਾਡਾ ਸ਼ਿਵਮ, ਤੁਸੀਂ ਕਿਸ ਥਾਂ ਤੋਂ ਆਏ ਹੋ ਔਰ ਤੁਹਾਨੂੰ ਇੱਥੇ ਕੁਆਰੰਟਾਈਨ ਕੀਤਾ ਗਿਆ? ਕਿਸੇ ਹੋਟਲ 'ਚ? ਤੁਸੀਂ ਉਸੇ ਹੋਟਲ ਤੋਂ ਸਾਡੇ ਨਾਲ ਲਾਈਵ ਹੋ ਔਰ ਤੁਸੀਂ ਬਿਲਕੁਲ ਠੀਕ ਹੋ। ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਤੁਹਾਨੂੰ ਕੀ ਸਮੱਸਿਆ ਆਈਆਂ? ਸਰਕਾਰ ਨੂੰ ਜਿਹੜੇ ਹੋਰ ਆਉਣ ਵਾਲੇ ਨੇ ਉਹਨਾਂ ਨੂੰ ਕੀ ਸਮੱਸਿਆਵਾਂ ਆ ਰਹੀਆਂ ਨੇ? ਇੱਥੇ ਆ ਕੇ ਕੀ ਸਮੱਸਿਆਵਾਂ ਨੇ ਤੁਹਾਡੀਆਂ? ਸ਼ਿਵਮ। ਹਾਂਜੀ ਭਾਈ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਜੀ ਭਾਈ, ਸਭ ਤੋਂ ਪਹਿਲਾਂ ਜਿਹੜੀ ਫਲਾਈਟ ਰੇਟ ਦੀ ਉਹਨਾਂ ਨੇ ਗੱਲ ਕੀਤੀ ਹੈ, ਬਿਲਕੁਲ ਠੀਕ ਜੇ। ਸਾਡੇ ਕੋਲ ਉੱਥੇ ਕੰਮਕਾਜ ਨਹੀਂ, ਇੱਥੇ ਕੰਮਕਾਜ ਨਹੀਂ, ਆਪਾਂ ਤੇ ਸਟੂਡੈਂਟ ਨੇ ਤੇ ਸਾਨੂੰ 2-2.5 ਸਾਲ ਬਾਅਦ ਆਏ ਨੇ ਇੱਧਰ। ਤੇ ਸਭ ਤੋਂ ਪਹਿਲਾਂ ਫਲਾਈਟ ਰੇਟ ਉਹਨਾਂ ਨੇ ਲੱਖ ਰੁਪਈਆ ਦੀ ਫਲਾਈਟਾਂ ਰੱਖੀਆਂ ਹੋਈਆਂ। ਸਭ ਤੋਂ ਪਹਿਲਾਂ ਉਹ ਪੈਸੇ ਜੋੜਨ 'ਚ ਮੁਸ਼ਕਿਲ ਹੁੰਦੀ ਆ ਜੀ। ਫਿਰ ਇੱਧਰ ਆਏ ਨੇ ਤੇ ਕਹਿੰਦੇ 14 ਦਿਨ ਹੋਟਲ 'ਚ ਰਹਿਣਾ ਜੇ, ਤੇ ਉਹਨਾਂ ਦੇ ਵੱਖਰੇ ਪੈਸੇ ਜੇ। ਤੇ ਮਤਲਬ ਖਰਚਾ ਤੇ ਬਹੁਤ ਵਾਧੂ ਹੋ ਗਿਆ। ਤੇ ਦੂਜੀ ਗੱਲ, ਤੇ ਫਲਾਈਟ ਜਦੋਂ ਮੇਰੀ ਲੈਂਡ ਹੋਈ ਸੀ 22 ਮਈ ਨੂੰ ਹੋਈ ਸੀ 8 ਵਜੇ, ਤੇ ਇਹਨਾਂ ਨੇ ਹੋਟਲ 'ਚ ਪਹੁੰਚਾਦੇ ਸਾਨੂੰ ਰਾਤ ਦੇ 3-4 ਵਜੇ ਆਤੇ ਸੀ। 7-8 ਘੰਟੇ 에ਅਰਪੋਰਟ 'ਚ ਰੱਖਿਆ। ਨਾ ਖਾਣੇ ਦੀ ਫੈਸਿਲਿਟੀ, ਨਾ ਪੀਣੇ ਦੀ ਫੈਸਿਲਿਟੀ, ਕੁਛ ਨਹੀਂ, ਬਸ ਬਿਠਾਈ ਰੱਖਿਆ ਤੇ ਲਿਸਟ ਤਿਆਰ ਕਰਦੇ ਰਹੇ ਆਪਣੀ। ਤੇ ਮਤਲਬ ਇਹੋ ਜਿਹੀਆਂ ਬਹੁਤ ਤਕਲੀਫਾਂ ਆਈਆਂ ਨੇ ਸਾਨੂੰ। ਤੇ ਤੁਹਾਨੂੰ ਕੀ ਲੱਗਦਾ ਕੁਆਰੰਟਾਈਨ ਕਰਨ ਦਾ ਕੋਈ ਤਰੀਕਾ ਹੋਰ ਹੋਣਾ ਚਾਹੀਦਾ ਜਿਹੜਾ ਹੋਟਲਾਂ 'ਚ ਕਰ ਰਹੇ ਨੇ? ਕਿੰਨਾ ਖਰਚਾ ਆ ਰਿਹਾ? ਕਿੰਨਾ ਜ਼ਿਆਦਾ ਖਰਚਾ ਆਇਆ ਤੁਹਾਡਾ? ਭਾਜੀ ਪਰ ਡੇ ਦਾ, ਦਿਨ ਦਾ ਲੈਂਦੇ 3-4 ਹਜ਼ਾਰ ਤੇ ਹਰ ਇੱਕ ਹੋਟਲ ਲੈਂਦਾ ਹੀ ਜੇ ਭਾਜੀ। ਸੇਮ ਗੱਲ, ਸੇਮ ਇੱਧਰ ਵੀ ਵੇਟਰ ਨਾਲ ਕੰਟੈਕਟ ਹੁੰਦਾ ਸਾਡਾ, ਰੋਟੀ ਪਾਣੀ ਦਿੰਦਾ ਵੇਟਰ, ਤੇ ਉਹਨਾਂ ਨਾਲ ਵੀ ਮੇਲ ਜੋਲ ਹੁੰਦਾ ਜੀ। ਤੇ ਬਾਅਦ ਚ ਉਹਨਾਂ ਨੇ ਪਲੇਟਾਂ ਚੱਕਣੀਆਂ, ਬਾਕੀ ਸਾਰੇ ਸਦੱਸਿਆਂ ਨੂੰ ਦੇਣੀਆਂ ਪਲੇਟਾਂ। ਪਤਾ ਨਹੀਂ ਸਫਾਈ ਕਿੰਨੀ ਕੁ ਹੁੰਦੀ ਹੈ ਹੋਟਲਾਂ 'ਚ। ਭਾਜੀ ਮੇਰੇ ਹਿਸਾਬ ਨਾਲ ਤੇ ਘਰ 'ਚ ਕੁਆਰੰਟਾਈਨ ਕਰਨਾ ਚਾਹੀਦਾ ਇਹਨਾਂ ਨੂੰ, ਕਿਉਂਕਿ ਘਰ 'ਚ ਆਪਣੀ ਜਿੱਦਾਂ ਦੀ ਸਫਾਈ ਹੁੰਦੀ ਹੈ ਉਹ ਭਾਜੀ ਕਿਤੇ ਨਹੀਂ ਹੁੰਦੀ ਆ। ਬਿਲਕੁਲ। ਤਾਂ ਮੰਤਰੀ ਸਾਡੇ ਨਾਲ ਨੇ, ਤੁਸੀਂ ਸਾਡੇ ਨਾਲ ਰਹੋ। ਸ਼ਿਵਮ, ਤੁਸੀਂ ਵੀ ਸਾਡੇ ਨਾਲ ਹੋ। ਆਪਾਂ ਹੋਰ ਸਮੱਸਿਆਵਾਂ ਤੇ ਵੀ ਗੱਲ ਕਰਾਂਗੇ। ਆਸ਼ੂ ਜੀ, ਤੁਸੀਂ ਸਮੱਸਿਆਵਾਂ ਸੁਣੀਆਂ,
ਉੱਥੇ ਵਾਲੀਆਂ ਸਮੱਸਿਆਵਾਂ ਆਸ਼ੂ ਜੀ ਇਹ ਆ ਰਹੀਆਂ ਨੇ, ਭਾਰਤ ਸਰਕਾਰ ਕੋਲੇ ਤੁਸੀਂ ਗੱਲ ਪਹੁੰਚਾ ਸਕਦੇ ਹੋ ਕਿਉਂਕਿ ਭਾਰਤ ਸਰਕਾਰ ਸਿੱਧਾ ਡੀਲ ਕਰ ਰਹੀ ਹੈ ਕਿ ਉੱਥੇ ਲੋਕਾਂ ਨੂੰ ਬਹੁਤ ਮਹਿੰਗੀਆਂ ਫਲਾਈਟਸ ਮਿਲ ਰਹੀਆਂ ਨੇ, ਕੁਆਰੰਟਾਈਨ ਕਰਨ ਲਈ ਪੈਸੇ ਉੱਥੇ ਹੀ ਲੈ ਲੈਂਦੇ ਨੇ, ਤਿੱਗਣੇ ਚੌਗਣੇ ਪੈਸੇ। ਜੇ ਮੰਨ ਲਓ ਕਿਸੇ ਦਾ ਲੱਖ ਰੁਪਈਆ ਖਰਚ ਹੁੰਦਾ ਹੈ ਤੇ 5 ਲੱਖ ਰੁਪਈਆ ਖਰਚ ਹੋ ਰਿਹਾਗਾ ਜਿਹੜੀ ਇਹ ਲੋਕ ਕਹਿ ਰਹੇ ਨੇ। ਦੂਜੇ ਪਾਸੇ ਇੱਥੇ ਆਇਆਂ ਨੂੰ ਕੁਆਰੰਟਾਈਨ ਇਹ ਨਹੀਂ ਹੋ ਸਕਦਾ ਤਾਂ ਤੁਸੀਂ ਕਰਨਾ, ਤੁਹਾਡੀ ਸਰਕਾਰ ਨੇ ਕਰਨਾ, ਕੈਪਟਨ ਸਰਕਾਰ ਨੇ, ਕਿ ਤੁਸੀਂ ਘਰਾਂ 'ਚ ਕੁਆਰੰਟਾਈਨ ਕਰ ਦਿਓ। ਯਾਦਵਿੰਦਰ ਜੀ ਬਿਲਕੁਲ ਜੋ ਤੁਸੀਂ ਕਿਹਾ ਹੈ, ਫਲਾਈਟਸ ਦਾ ਰੇਟ ਬਹੁਤ ਜ਼ਿਆਦਾ ਚੱਲ ਰਿਹਾ ਹੈ। ਇਹ ਇੱਕ ਬਹੁਤ ਅਹਿਮ ਮੁੱਦਾ ਹੈਗਾ। ਇਹ ਟੇਕ ਅਪ ਵੀ ਕੀਤਾ ਗਿਆ ਔਰ ਬਕਾਇਦਾ ਤੌਰ ਤੇ ਸੈਂਟਰ ਗਵਰਨਮੈਂਟ ਤਾਈਂ ਇਹ ਇਸ਼ੂ ਨੂੰ ਪਹੁੰਚਾਇਆ ਵੀ ਗਿਆ। ਪਰ ਜਿੱਥੋਂ ਤਾਈਂ ਇੱਥੇ ਆ ਕੇ ਮੁਸ਼ਕਿਲਾਂ ਦਾ ਸਬੰਧ ਹੈ, ਜਿੱਥੋਂ ਸਟੇਟ ਗਵਰਨਮੈਂਟ ਦੇ ਕੰਮ ਸ਼ੁਰੂ ਹੁੰਦੇ ਨੇ, ਇਹ ਪੱਕੀ ਐਡਵਾਈਜ਼ਰੀ ਹੈ। ਇੱਕ ਬੱਚੇ ਨੇ, ਸ਼ਿਵਮ ਨੇ ਵੀ ਕਿਹਾ ਵੀ ਸਾਨੂੰ ਬਹੁਤ ਮੁਸ਼ਕਿਲਾਂ ਆਈਆਂ ਪਹਿਲੇ 1-2 ਫਲਾਈਟਾਂ ਤੇ। ਹੋ ਸਕਦਾ ਇਨੀਸ਼ੀਅਲੀ ਇਹ ਪਹਿਲੀਆਂ ਫਲਾਈਟਾਂ 'ਚ ਆਉਣ ਵਾਲੇ ਬੱਚੇ ਹੋਣ ਤੇ ਉਹਦੇ 'ਚ 2-4 ਘੰਟੇ ਜ਼ਿਆਦਾ ਲੱਗਿਆ ਹੋਵੇ, ਕਿਉਂਕਿ ਉਤਰਦੇ ਸਾਰ ਇਹ ਜੋ ਹੈਲਥ ਡਿਪਾਰਟਮੈਂਟ ਦੀ ਐਡਵਾਈਜ਼ਰੀ ਆ ਉਹਦੇ ਹਿਸਾਬ ਦੇ ਨਾਲ ਉੱਥੇ ਉਤਰਦੇ ਹੀ ਸਭ ਦੀ ਸਕਰੀਨਿੰਗ ਕੀਤੀ ਜਾਂਦੀ ਹੈ। ਜਿਹੜੇ ਸਿੰਪਟੋਮੈਟਿਕ ਹੈ ਉਹਨਾਂ ਨੂੰ ਹਸਪੀਟਲਾਈਜ਼ ਕਰ ਦਿੱਤਾ ਜਾਂਦਾ। ਜਿਹੜੇ ਅਸਿੰਪਟੋਮੈਟਿਕ ਹੈ, ਜਿਨ੍ਹਾਂ ਨੂੰ ਕੋਈ ਸਿੰਪਟਮ ਨਹੀਂ ਹੈ, ਉਹਨਾਂ ਨੂੰ ਇੰਸਟੀਟਿਊਸ਼ਨਲ ਜਾਂ ਗਵਰਨਮੈਂਟ ਦੇ ਕਿਸੇ ਅਦਾਰੇ ਦੇ ਵਿੱਚ ਕੁਆਰੰਟਾਈਨ ਕਰ ਦਿੱਤਾ ਜਾਂਦਾ। ਜਿਹੜੇ ਗਵਰਨਮੈਂਟ ਦੇ ਅਦਾਰੇ ਨੇ, ਜਿਹੜੇ ਹੋਸਟਲਸ ਵਗੈਰਾ ਉਹਨਾਂ ਨੇ ਲਿੱਤੇ ਹੋਏ ਆ, ਉਹਨਾਂ ਦੇ ਵਿੱਚ ਆਪਸ਼ਨਲ ਹੈ, ਪੈਸੇ ਤੁਸੀਂ ਜੇ ਪੇ ਕਰ ਸਕਦੇ ਹੋ ਤਾਂ ਕਰ ਦਿਓ, ਨਹੀਂ ਤਾਂ ਗਵਰਨਮੈਂਟ ਵੀ ਉਹਨਾਂ ਦੀ ਟੇਕ ਕੇਅਰ ਕਰਦੀ ਹੈ। ਪਰ ਜਿਨ੍ਹਾਂ ਨੇ ਫੈਸਿਲਿਟੀ ਹੋਟਲ ਵਗੈਰਾ ਦੀ ਲੈਣੀ ਹੈ ਤਾਂ ਉਹਨਾਂ ਨੂੰ ਫਿਰ ਆਪਣੇ ਖਰਚੇ ਤੇ ਉੱਥੇ ਕੁਆਰੰਟਾਈਨ ਕੀਤਾ ਜਾਂਦਾ ਹੈ। ਜਿੱਥੋਂ ਤਾਈਂ ਸੰਬੰਧ ਰਿਹਾ, ਜੇ 22 ਤਰੀਕ ਨੂੰ ਉਤਰੇ ਨੇ, ਅੱਜ 25 ਤਰੀਕ ਹੋ ਗਈ ਹੈ। ਆਸ਼ੂ ਜੀ ਇੱਕ ਚੀਜ਼ ਜਿਹੜੀ ਹੋ ਰਹੀ ਹੈ, ਤੁਹਾਨੂੰ ਭਾਰਤ ਸਰਕਾਰ ਕੋਲੇ ਮੈਨੂੰ 1 ਮਿੰਟ ਪੂਰਾ ਯਾਦਵਿੰਦਰ ਜੀ ਪੂਰਾ ਕਰਨ। ਆਸ਼ੂ ਜੀ ਯਾਦਵਿੰਦਰ ਜੀ ਪੂਰਾ ਕਰਨ। ਜੀ ਕਰੋ ਪੂਰਾ ਪਹਿਲਾਂ ਪੂਰੀ ਕਰਨ ਦੋ ਗੱਲ। ਹਾਂ ਜੀ, ਜਿਹੜੀਆਂ ਇਨੀਸ਼ੀਅਲੀ ਗਾਈਡਲਾਈਨ ਸੀਗੀਆਂ ਉਹ 14 ਦਿਨ ਕੁਆਰੰਟਾਈਨ, ਇੰਸਟੀਟਿਊਸ਼ਨਲ ਕੁਆਰੰਟਾਈਨ ਕਰਨਾ ਸੀਗਾ। ਉਹਦੇ ਵਾਸਤੇ 14 ਦਿਨ ਚਾਹੇ ਹੋਟਲ 'ਚ ਜਾਂ ਜਿਹੜਾ ਗਵਰਨਮੈਂਟ ਦੀ ਕੋਈ ਇੰਸਟੀਟਿਊਸ਼ਨਸ ਉਹਨਾਂ ਨੇ ਰੈਕਗਨਾਈਜ਼ ਕਰੀਆਂ ਹੋਈਆਂ ਉਹਨਾਂ ਦੇ ਵਿੱਚ ਰੱਖਣਾ ਪੈਂਦਾ ਸੀ। ਪਰ ਹੁਣ ਰੀਸੈਂਟਲੀ ਇਹਨਾਂ ਨੂੰ ਅਮੈਂਡ ਕਰ ਦਿੱਤਾ ਗਿਆ, ਇਹ 7 ਦਿਨ ਲਈ ਕਰ ਦਿੱਤਾ ਗਿਆ। 5ਵੇਂ ਦਿਨ ਉਹਨਾਂ ਦਾ ਟੈਸਟ ਹੋਏਗਾ ਤੇ 7ਵੇਂ ਦਿਨ ਉਹ ਘਰ ਤੋਰ ਦਿੱਤੇ ਜਾਣਗੇ। ਤੇ ਨਾਲ ਵਿੱਚੋਂ ਹੋਰ ਵੀ ਬੰਦੇ ਜਿਹੜੇ ਕੋਈ ਪ੍ਰੈਗਨੈਂਟ ਲੇਡੀ ਹੈ ਜਾਂ ਕਿਸੇ ਨੂੰ ਕੋਈ ਬਿਮਾਰੀ ਹੈ ਜਾਂ ਕੁਛ ਹੈ, ਉਹਨਾਂ ਨੂੰ DC ਦੀ ਸਪੈਸ਼ਲ ਅਥਾਰਟੀ ਤੇ ਛੋੜ ਦਿੱਤਾ ਗਿਆ ਵੀ ਉਹ ਉਹਨਾਂ ਨੂੰ ਉਸੇ ਦਿਨ ਘਰ ਕੁਆਰੰਟਾਈਨ ਕਰ ਸਕਦਾ ਹੈ, ਬਸ਼ਰਤੇ ਉਹਨਾਂ ਕੋਲ ਪੂਰੇ ਇੰਤਜ਼ਾਮ ਹੋਣ ਤੇ ਉਹ ਪੂਰਾ ਐਫੀਡੇਵਿਟ ਦੇ ਕੇ ਜਾਣ ਵੀ ਉਹ ਜਿਹੜੀਆਂ ਹੈਲਥ ਦੀਆਂ ਐਡਵਾਈਜ਼ਰੀਜ਼ ਹੈ ਉਹਨੂੰ ਫੋਲੋ ਕਰਨਗੇ। ਇਹ ਜਿਹੜਾ ਸਟੇਟ ਲੈਵਲ ਤੇ ਇਹਨਾਂ ਦੇ ਆਉਣ ਦਾ ਪ੍ਰਬੰਧ ਹੈ, ਪ੍ਰਵਾਸੀਆਂ ਦਾ ਆਉਣ ਦਾ ਜਾਂ ਡੋਮੈਸਟਿਕ ਜਿਹੜੇ ਹੈ ਉਹਨਾਂ ਦੀਆਂ ਐਡਵਾਈਜ਼ਰੀਆਂ ਬਹੁਤ ਕਲੀਅਰ ਹੈ ਔਰ ਉਹਨਾਂ ਨੂੰ ਜਿੰਨਾ ਜ਼ਿਆਦਾ ਹੋ ਸਕਦਾ ਆ ਉਹਨਾਂ ਨੂੰ ਮਦਦ ਦਿੱਤੀ ਜਾ ਰਹੀ ਹੈ। ਹੁਣ ਜੇ ਆ ਛੋਟੇ ਵੀਰ ਨੇ ਕਿਹਾ ਵੀ ਮੈਨੂੰ ਹੋਟਲ ਦੇ ਵਿੱਚ ਵੀ ਕੋਈ ਪ੍ਰੋਬਲਮ ਹੈ, ਤਾਂ ਹੋਟਲ ਦੇ ਵਿੱਚ ਜਿੰਨੀਆਂ ਫੈਸਿਲਿਟੀਆਂ ਹੁੰਦੀਆਂ ਉਨੀਆਂ ਤਾਂ ਸ਼ਾਇਦ ਘਰ ਵੀ ਨਾ ਹੁੰਦੀਆਂ ਹੋਣ। ਪਰ ਇੱਕ ਚੀਜ਼ ਇਹ ਜ਼ਰੂਰ ਹੈ ਵੀ ਇਮੋਸ਼ਨਲ ਗੱਲ ਹੁੰਦੀ ਹੈ, ਮੈਂ ਇਕੱਲਾ ਪਿਆ ਇੱਥੇ, ਅਦਰਵਾਈਜ਼ ਅੰਦਰ ਟੈਲੀਵਿਜ਼ਨ ਜਾਂ ਸਾਰੇ ਜ਼ਰੂਰੀ ਇੰਤਜ਼ਾਮਾਤ ਉਹਨਾਂ ਦੇ ਕੋਲ ਜ਼ਰੂਰ ਹੁੰਦੇ ਹੈ ਤੇ ਉਹ ਨਾਲ ਉਹਦੇ ਖਰਚਾ ਤਾਂ ਪਏਗਾ ਹੀ ਜਦੋਂ ਆਪਾਂ ਫੈਸਿਲਿਟੀ ਅਵੇਲ ਕਰਾਂਗੇ। ਪਰ ਜੇ ਤੁਸੀਂ ਗਵਰਨਮੈਂਟ ਦੀ ਫੈਸਿਲਿਟੀ ਅਵੇਲ ਕਰੋਗੇ ਤਾਂ ਉੱਥੇ ਕੋਈ ਖਰਚਾ ਵੀ ਨਹੀਂ ਪਏਗਾ। ਤੇ ਜਿਹੜਾ ਆਪਾਂ ਆਹ ਸੋਸ਼ਲ ਡਿਸਟੈਂਸ ਜਾਂ ਐਡਵਾਈਜ਼ਰੀਜ਼ ਹੈ ਵੀ ਆਪਣੇ ਸੂਬੇ 'ਚ ਕੋਈ ਇਹੋ ਜਿਹੀ ਫੈਲਾਅ ਨਾ ਹੋਵੇ। ਇੱਕ ਵਾਰੀ ਸੂਬਾ ਇਹਨੂੰ ਫੈਲਾਅ ਨੂੰ ਸਫਰ ਕਰ ਚੁੱਕਿਆ, ਪਰ ਸਾਡੀ ਐਡਮਿਨਿਸਟ੍ਰੇਸ਼ਨ ਨੇ, ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਬਿਲਕੁਲ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਇਹੋ ਜਿਹਾ ਪ੍ਰਬੰਧ ਕਰਕੇ ਰੱਖਿਆ ਵੀ ਪੰਜਾਬ 'ਚ ਹੁਣ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਵਧੇ ਨਹੀਂ ਕੇਸਿਸ। ਜਿਹੜੇ ਕੇਸਿਸ ਆਏ ਵੀ ਸੀ ਬਾਹਰੋਂ ਬੜੇ ਇਫੈਕਟਿਵਲੀ ਉਹਨਾਂ ਨੂੰ ਟੈਕਲ ਕੀਤਾ ਗਿਆ, ਸਾਰੇ ਠੀਕ ਠਾਕ ਹੋ ਕੇ ਘਰਾਂ 'ਚ ਵੀ ਪਹੁੰਚੇ ਨੇ। ਤੇ ਇਹਨਾਂ ਵਾਸਤੇ ਜ਼ਰੂਰੀ ਹੈ ਸਾਨੂੰ ਜ਼ਰੂਰੀ ਹੈ ਸਾਨੂੰ ਵੀ ਇਸ ਮੌਕੇ ਤੇ ਐਡਮਿਨਿਸਟ੍ਰੇਸ਼ਨ ਦਾ ਵੀ ਸਾਥ ਦਈਏ, ਥੋੜਾ ਜਿਹਾ ਆਪਣਾ ਸੈਲਫ ਡਿਸਪਲਿਨ ਵੀ ਰੱਖੀਏ, ਥੋੜਾ ਜਿਹਾ ਸ਼ਾਂਤ ਵੀ ਰਹੀਏ, ਕਿਉਂਕਿ ਤੁਹਾਡੀ ਸਹੂਲੀਅਤ ਦੇ ਮੁਤਾਬਕ, ਤੁਹਾਡੀ ਜ਼ਰੂਰਤਾਂ ਦੇ ਮੁਤਾਬਕ ਐਡਵਾਈਜ਼ਰੀ ਡੇ ਟੂ ਡੇ ਅਮੈਂਡ ਹੁੰਦੀ ਰਹਿੰਦੀ ਹੈ। ਅੱਜ ਹੀ ਅਮੈਂਡ ਹੋਈ ਹੈ। ਜਿਹੜਾ 22 ਤਰੀਕ ਨੂੰ ਛੋਟਾ ਵੀਰ ਉਤਰਿਆ ਹੈ ਤੇ ਉਹ ਮੇਰਾ ਖਿਆਲ ਕੱਲ ਜਾਂ ਪਰਸੋਂ ਆਪਣੇ ਘਰ ਪਹੁੰਚ ਵੀ ਜਾਏਗਾ। ਬਿਲਕੁਲ। ਸਾਡੇ ਨਾਲ ਇੱਕ ਕਾਲਰ ਆਸ਼ੂ, ਸਾਡੇ ਨਾਲ ਇੱਕ ਕਾਲਰ ਜੁੜੇ ਨੇ ਥਾਈਲੈਂਡ ਤੋਂ, ਜਿਹੜੇ ਆਏ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ। ਤੁਹਾਨੂੰ ਕੀ ਸਮੱਸਿਆਵਾਂ ਆਈਆਂ ਨੇ ਜੀ? ਤੁਸੀਂ ਥਾਈਲੈਂਡ ਤੋਂ ਆਏ ਹੋ, ਕੀ ਸਮੱਸਿਆ ਨੇ ਤੁਹਾਡੀਆਂ? जी मैं थाईलैंड तो आया। थाईलैंड एक्चुअली ग्रीन बेल्ट विच है। थाईलैंड से कोई केसेस नहीं गई बहुत ज़्यादा। थाईलैंड में प्रॉपर तरीके से ग्रीन बेल्ट में सीगा ते थाईलैंड तो आने तक सानू कोई प्रॉब्लम तक कोई खास फेस नहीं आई हैगी।
ਬਾਕੀ ਅਸੀਂ ਫਲਾਈਟ ਵਿੱਚ ਸਾਰੇ ਕੋਈ ਵੀ ਸੋਸ਼ਲ ਡਿਸਟੈਂਸਿੰਗ ਕੁਛ ਨਹੀਂ ਸੀਗਾ। ਫਲਾਈਟ ਵਿੱਚ ਆਪ ਸਾਰੇ ਇਕੱਠੇ ਬੈਠ ਕੇ ਆਏ ਆ। ਉਸ ਤੋਂ ਬਾਅਦ ਦਿੱਲੀ ਏਅਰਪੋਰਟ ਆਉਣ ਤੇ ਉਹਨਾਂ ਨੇ ਸਾਡੇ ਪਾਸਪੋਰਟ ਰੱਖ ਕੇ ਆਏ, ਸਾਨੂੰ ਪਾਸਪੋਰਟ ਆਉਣ ਤੁਹਾਡੇ ਡੀਸੀ ਆਫਿਸ ਮਿਲਣਗੇ। ਤੇ ਸਰ ਉਹਦੇ ਮੈਂ ਪਟਿਆਲੇ ਦੁਖਵਾਰਨ ਸਾਹਿਬ ਕੁਆਰੰਟਾਈਨ ਹੋਇਆ, ਮਤਲਬ ਉਹਦੇ ਫੈਸਿਲਿਟੀਜ਼ ਵਧੀਆ ਨੇ, ਗੁਰੂ ਘਰ ਵੱਲੋਂ ਲੰਗਰ ਮਿਲ ਰਿਹਾ ਹੈ। ਬਟ ਉਹਦੇ ਇੱਕ ਡਾਕਟਰ ਟੀਮ ਹੋਣੀ ਚਾਹੀਦੀ ਕਿ ਜਿਹੜੀ ਸਾਨੂੰ 2-3 ਟਾਈਮ ਆ ਕੇ ਡਿਊਟੀ ਚੈੱਕ ਕਰਦੀ ਰਹੇ। ਇੱਕ ਟਾਈਮ ਹੀ ਸਵੇਰ ਡਾਕਟਰ ਆਉਂਦੇ ਨੇ ਤੇ ਉਹ ਟੈਂਪਰੇਚਰ ਚੈੱਕ ਕਰਦੇ ਨੇ, ਚਲੇ ਜਾਂਦੇ ਨੇ। ਹਾਂਜੀ, ਬਾਕੀ ਸਾਨੂੰ ਬਿਲਕੁਲ ਤੁਹਾਡਾ ਧੰਨਵਾਦ। ਹਾਂਜੀ, ਮੈਨੂੰ ਇਸ ਚੀਜ਼ ਦੀ ਸ਼ੋਰਟ ਨਹੀਂ ਹੋ ਰਹੀ ਸੀ ਵੀ ਸਾਡਾ ਟੈਸਟ ਕਦੋਂ ਹੋਏਗਾ। ਪਹਿਲਾਂ ਸਾਨੂੰ ਕਿਹਾ ਕਿ ਸੀਗਾ ਜੀ ਕਿ ਤੁਹਾਡਾ 4-5 ਦਿਨ ਬਾਅਦ ਮਤਲਬ ਤੁਹਾਨੂੰ ਲੋਡ ਆਉਂਦਾ ਵੇ, 4-5 ਦਿਨ ਬਾਅਦ ਤੁਹਾਡਾ ਟੈਸਟ ਹੋਣਾ ਚਾਹੀਦਾ। ਹੁਣ ਸਾਨੂੰ ਸ਼ੋਰ ਨਹੀਂ ਹੋ ਰਿਹਾ ਟੈਸਟ ਕਦੋਂ ਹੋਏਗਾ। ਬਿਲਕੁਲ, ਆਪਾਂ ਪੁੱਛਦੇ ਹਾਂ ਤੁਹਾਡੇ ਤੋਂ ਬਾਕੀ ਲੋਕਾਂ ਨਾਲ ਵੀ ਗੱਲਬਾਤ ਕਰਨੀ। ਬਹੁਤ ਸਾਰੇ ਕਾਲਰ ਹੋਣਗੇ ਸਾਡੇ ਨਾਲ ਵੱਖ-ਵੱਖ ਮੁਲਕਾਂ ਤੋਂ। ਮੈਂ ਸ਼ਿਵਮ ਤੁਹਾਡੇ ਕੋਲ ਆਉਣਾ ਚਾਹੁੰਦਾ, ਜਿਹੜਾ ਇਹ ਕਹਿ ਰਹੇ ਨੇ ਕੁਆਰੰਟਾਈਨ ਵਾਲਾ ਮਸਲਾ ਹੈ ਕਿ ਜਿਹੜਾ ਤੁਹਾਨੂੰ ਹੋਟਲ 'ਚ ਉੱਥੇ ਹੀ ਪੈਸੇ ਲੈ ਲਏ ਗਏ, ਇਹ ਸਭ ਤੋਂ ਵੱਡੀ ਸਮੱਸਿਆ ਹੈ ਕਿ ਕੁਆਰੰਟਾਈਨ ਦੇ ਪੈਸੇ ਵੀ ਉੱਥੇ ਲੈ ਇੱਕ ਪਾਸੇ ਕ੍ਰਾਈਸਿਸ ਆ, ਤੁਹਾਡੇ ਤੋਂ ਪੈਸੇ ਉੱਥੇ ਲੈ ਗਏ ਆ, ਤੁਹਾਡੀ ਚੁਆਇਸ ਨਹੀਂ ਹੈ। ਭਾਜੀ ਉਹਨਾਂ ਨੇ ਬਿਲਕੁਲ ਠੀਕ ਗੱਲ ਕੀਤੀ। ਸਭ ਤੋਂ ਪਹਿਲਾਂ ਜਿਹੜੀ ਫਲਾਈਟ ਦੀ ਗੱਲ ਕੀਤੀ, ਬਿਲਕੁਲ ਵੀ ਸੋਸ਼ਲ ਡਿਸਟੈਂਸਿੰਗ ਨਹੀਂ ਹੈਗੀ। ਲੱਖ ਰੁਪਏ ਦੀਆਂ ਫਲਾਈਟਾਂ ਤੇ ਸਾਰੇ ਜੁੜ ਕੇ ਬੈਠੇ ਹੋਏ। ਉਹਨਾਂ ਨੇ ਕਿਹਾ ਸੀ ਕਿ ਵਿੱਚ ਸੀਟਾਂ ਛੱਡਣਗੇ, ਪਰ ਫਲਾਈਟ 'ਚ ਕੋਈ ਸੀਟਾਂ ਨਹੀਂ ਛੱਡੀਆਂ, ਸਾਰੇ ਜੁੜ ਕੇ ਬੈ ਕੇ ਨਾਲ ਹੀ ਆਏ ਨੇ। ਤੇ ਪਹਿਲੀ ਗੱਲ ਤੇ ਸੋਸ਼ਲ ਡਿਸਟੈਂਸਿੰਗ ਉਦੋਂ ਹੀ ਸਾਡੇ ਤੋਂ ਫੋਲੋ ਨਹੀਂ ਕੀਤੀ ਹੋਈ 에ਅਰ ਇੰਡੀਆ ਵੱਲੋਂ। ਤੇ ਦੂਜੀ ਜਿਹੜੀ ਇੱਧਰ ਲੈਂਡ ਹੁੰਦੇ ਹੀ 에ਅਰਪੋਰਟ ਅਥਾਰਟੀ ਜਿਹੜੀ ਹੈਗੀ ਨਹੀਂ, ਉਹਨਾਂ ਨੇ ਸਾਨੂੰ ਲਿਸਟ ਦੇ ਦਿੱਤੀ ਤੇ ਕਿਹਾ ਜਿਹੜਾ ਮਰਜ਼ੀ ਹੋਟਲ ਚੂਜ਼ ਕਰ ਲਓ ਤੇ ਅੱਗੇ ਪੈਸੇ ਲਿਖੇ ਹੋਏ ਨੇ ਤੇ ਨਾਲ ਜਾਂਦੇ ਹੀ ਪੈਸੇ ਦੇ ਦਿਓ। ਤੇ ਜਦੋਂ ਇੱਧਰ ਹੋਟਲ 'ਚ ਪੈਰ ਰੱਖਿਆ, ਉਹ ਕਹਿੰਦੇ ਜੀ ਕਿ ਹਾਫ ਤੁਸੀਂ ਪੈਸੇ ਪਹਿਲਾਂ ਹੀ ਪੇ ਕਰ ਦਿਓ, ਜਿੱਦਾਂ 7 ਦਿਨ ਦੇ। ਤੇ ਆਪਾਂ ਤੇ ਹੁਣ ਬਾਹਰੋਂ ਆਏ ਨੇ, ਸਾਡੇ ਕੋਲ ਡਾਲਰ ਨੇ, ਸਾਨੂੰ ਕਿਤੇ ਜਾਣ ਨਹੀਂ ਦਿੱਤਾ, ਆਪਾਂ ਕੈਸ਼ ਤੱਕ ਚੇਂਜ ਨਹੀਂ ਕਰਾਇਆ, ਤੇ ਆਪਾਂ ਕਿਧਰੋਂ ਦੇ ਜਾਈਏ ਇੱਕਦਮ ਨਾਲ 7 ਦਿਨ ਦੇ ਐਡਵਾਂਸ ਪੈਸੇ। ਇਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਸਾਨੂੰ ਥੋੜਾ ਬਹੁਤਾ ਟਾਈਮ ਦੇਣ, ਇੱਕ ਅੱਧਾ ਦਿਨ ਰੱਖਣ ਤੇ ਗੱਲਬਾਤ ਕਰਕੇ ਸਾਰੇ ਮਸਲੇ ਸੁਲਝਾਏ ਜਾਣ। ਬਿਲਕੁਲ ਨਹੀਂ, ਜਿਹੜੇ ਪੈਸੇ ਇਹ ਪਹਿਲਾਂ ਜਮ੍ਹਾਂ ਕਰਾ ਲਏ ਜਾਂਦੇ ਨੇ ਤੁਹਾਡੇ ਕੋਲੋਂ, ਉੱਥੇ ਟਿਕਟ ਦਿੱਤੀ ਜਾਂਦੀ ਹੈ ਕਿ ਜੇ ਤੁਸੀਂ ਉਹਨਾਂ ਮੁਲਕਾਂ ਚੋਂ ਆਉਂਦੇ ਹੋ ਉੱਥੇ ਵੀ ਤੁਹਾਡੇ ਤੋਂ ਪੈਸੇ ਲਏ ਜਾਂਦੇ ਨੇ ਕੁਆਰੰਟਾਈਨ ਦੇ ਵੀ? ਨਹੀਂ, ਉਧਰ ਤੇ ਚਲੋ ਜੀ ਸਿਰਫ ਟਿਕਟ ਦੇ ਹੁੰਦੇ ਨੇ। ਜਦੋਂ ਇੱਧਰ ਲੈਂਡ ਹੁੰਦੇ ਹੀ ਨਾ, 에ਅਰਪੋਰਟ ਅਥਾਰਟੀ ਜਿਹੜੀ ਹੁੰਦੀ ਨੇ, ਉਹ ਇੱਧਰ ਹੁਣੇ ਮੰਗ ਲੈਂਦੀ ਜਦੋਂ ਇੱਧਰ ਲੈਂਡ ਹੁੰਦੇ ਨੇ ਕਿ ਹੋਟਲ 'ਚ ਜਾਂਦੇ ਤੁਸੀਂ ਪੈਸੇ ਤਿਆਰ ਰੱਖੋ। ਮੈਂ ਸਰੋਜੀ ਤੋਂ ਪੁੱਛਣਾ ਚਾਹੁੰਦਾ, ਸਰੋਜੀ ਮੈਲਬਰਨ ਤੋਂ ਜੁੜੇ ਹੋਏ ਨੇ। ਸਰੋਜੀ, ਕਿਸ ਤਰੀਕੇ ਦਾ ਜਦੋਂ ਅਪਰੋਚ ਕਰਦੇ ਹੋ, ਕਿੰਨਾ ਲੋਕਾਂ ਨੂੰ ਤੁਸੀਂ ਅਪਰੋਚ ਕੀਤਾ, ਔਰ ਬਾਕੀਆਂ ਨੂੰ ਤੁਸੀਂ ਆਪਣੀ ਗੱਲ ਹੀ ਨਹੀਂ, ਤੁਹਾਡੇ ਨਾਲ ਹੋਰ ਵੀ ਲੋਕ ਇਨ ਟੱਚ ਹੋਣਗੇ ਜਿਹੜੇ ਆਉਣਾ ਚਾਹੁੰਦੇ ਹੋਣਗੇ, ਜਿਹੜੇ ਫਸੇ ਹੋਏ ਨੇ ਉੱਥੇ, ਉਹ ਕੀ ਕਹਿ ਰਹੇ ਨੇ ਸਰੋਜੀ, ਜਿਹੜੇ ਇਸ ਟਾਈਮ ਹੋਰ ਨੇ ਆਸਟ੍ਰੇਲੀਆ ਦੇ ਅੰਦਰ ਲੋਕ? ਨਹੀਂ, ਮੈਂ ਹੋਰ ਕਿਸੇ ਨਾਲ ਤਾਂ ਨਹੀਂ ਸੰਪਰਕ ਕਰ ਸਕੀ ਜੀ। ਮੈਂ ਤੇ ਮੇਰੇ ਹਸਬੰਡ ਹੀ ਹੈਗੇ ਇੱਥੇ, ਤੇ ਅਸੀਂ ਤਾਂ ਲੋਕਡਾਊਨ ਕਰਕੇ ਘਰ ਦੇ ਵਿੱਚ ਹੀ ਰਹਿ ਰਹੇ ਹਾਂ ਜੀ। ਤੇ ਫਾਰਮ ਵਗੈਰਾ ਭਰੇ ਸੀਗੇ ਕਿ ਜਿਹੜੇ ਕਿਹੜੀ ਵੰਦੇ ਮਾਤਰਮ ਫਲਾਈਟਸ ਆ ਰਹੀਆਂ ਤੇ ਉਹਦੇ ਵਿੱਚ ਅਸੀਂ ਅਪਲਾਈ ਕੀਤਾ ਹੋਇਆ। ਤੇ ਕਹਿੰਦੇ ਫਲਾਈਟਸ ਮਤਲਬ ਇੰਨਾ ਡਿਮਾਂਡ ਜ਼ਿਆਦਾ ਹੈਗੀ ਆ, ਤੇ ਉਹਨਾਂ ਦੇ ਕੋਲ ਫਲਾਈਟ ਜਿਹੜੀ ਹੈਗੀ ਆ ਘੱਟ, ਇੱਕੋ ਹੀ ਗਈ 22 ਤਰੀਕ ਨੂੰ ਸ਼ਾਇਦ। ਹਾਂਜੀ, ਬਿਲਕੁਲ। ਤਾਂ ਪੈਸੇ ਬਿਲਕੁਲ ਕੁਝ ਟਿਕਟਾਂ ਵੀ ਮਹਿੰਗੀਆਂ ਕਰਕੇ ਫਿਰ, ਹਨਾ ਜੀ ਟਿਕਟਾਂ ਵੀ ਕਾਫੀ ਮਹਿੰਗੀਆਂ ਆ। ਆਸ਼ੂ ਜੀ, ਤੁਹਾਨੂੰ ਲੱਗਦਾ ਟਿਕਟਾਂ ਮਹਿੰਗੀਆਂ ਪਹਿਲੇ ਲੋਕ ਸੰਕਟ 'ਚ ਨੇ? ਆਸ਼ੂ ਜੀ, ਲੋਕ ਪਹਿਲੇ ਹੀ ਸੰਕਟ 'ਚ ਨੇ, ਜਿਹੜਾ ਟਿਕਟਾਂ ਵਾਲਾ ਇਹ ਮਸਲਾ ਔਰ ਜਿਹੜਾ ਕੁਆਰੰਟਾਈਨ ਕਰਨ ਵਾਲਾ ਵੀ ਮਸਲਾ, ਤੁਹਾਨੂੰ ਲੱਗਦਾ ਨਹੀਂ ਥੋੜਾ ਜਿਹਾ ਹੋਰ ਲਿਬਰਲ ਹੋ ਕੇ ਸਰਕਾਰ, ਘਰਾਂ 'ਚ ਆਪਾਂ ਕੁਆਰੰਟਾਈਨ ਕਰ ਰਹੇ ਹਾਂ, ਪੰਜਾਬ 'ਚ ਬਹੁਤ ਲੋਕਾਂ ਨੂੰ ਤੁਸੀਂ ਘਰਾਂ 'ਚ ਕੁਆਰੰਟਾਈਨ ਕੀਤਾ ਤੁਹਾਡੀ ਸਰਕਾਰ ਨੇ, ਤਾਂ ਇਹਨਾਂ ਨੂੰ ਵੀ ਘਰਾਂ 'ਚ ਹੀ ਕੁਆਰੰਟਾਈਨ ਕਰੋ, ਤਾਂ ਕਿਉਂਕਿ ਕੁਆਰੰਟਾਈਨ ਤੇ ਕੁਆਰੰਟਾਈਨ ਆ, ਉਹ ਪਰਿਵਾਰ ਨੂੰ ਅਲੱਗ ਕੀਤਾ ਜਾ ਸਕਦਾ ਹੈਗਾ, ਕਿਸੇ ਘਰ 'ਚੋਂ ਆਪਾਂ ਆਪਣੇ ਲੈਵਲ ਮੈਨੇਜ ਕਰ ਸਕਦੇ ਹੋ। ਲੱਗਦਾ ਹੈਗਾ ਕਿ ਪੈਸੇ ਜ਼ਿਆਦਾ ਨੇ, ਬਹੁਤ ਜ਼ਿਆਦਾ ਪੈਸੇ ਖਰਚ ਹੋ ਰਹੇ ਨੇ, ਇਹ ਕਹਿ ਰਹੇ ਨੇ ਆਸ਼ੂ ਜੀ। ਇਹ ਇਸ਼ੂ ਤੁਹਾਨੂੰ ਭਾਰਤ ਸਰਕਾਰ ਨਾਲ ਵੀ ਟੇਕ ਅਪ ਕਰਨ ਦੀ ਲੋੜ ਆ, ਤੁਸੀਂ ਥੋੜਾ ਬਹੁਤਾ ਲਿਬਰਲ ਇਸ ਤੇ ਹੋ ਸਕਦੇ ਹੋ ਕਿ ਕੋਈ ਇਸ ਤਰ੍ਹਾਂ ਦਾ ਅਗਰ ਕੋਈ ਤੁਹਾਨੂੰ ਯਕੀਨ ਦਿਵਾਉਂਦਾ ਕਿ ਅਸੀਂ ਇੱਕ ਅਲੱਗ ਕਮਰਾ ਅਲੱਗ ਕਰ ਦੇਵਾਂਗੇ ਜਿੱਥੇ ਸਾਡਾ ਬੱਚਾ ਆ ਕੇ ਰੁਕ ਸਕਦਾ ਜਾਂ ਸਾਡਾ ਪਰਿਵਾਰ, ਤੇ ਅਸੀਂ ਕੋਈ ਲੋਕਾਂ ਨਾਲ ਸੋਸ਼ਲ ਗੈਦਰਿੰਗ ਨਾਲ ਜਾਂ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਰੱਖਾਂਗੇ? ਯਾਦਵਿੰਦਰ ਜੀ, ਬਿਲਕੁਲ ਮੈਂ ਤੁਹਾਨੂੰ ਇਹ ਜਿਹੜੀ ਗੱਲ ਤੁਸੀਂ ਕਹੀ ਹੈ, ਟਿਕਟਾਂ ਦੇ ਵੱਧ ਕੀਮਤ ਵਾਲੀ, ਗਵਰਨਮੈਂਟ ਆਫ ਇੰਡੀਆ ਨਾਲ ਇਹਨੂੰ ਟੇਕ ਅਪ ਕੀਤਾ ਜਾਵੇ, ਜ਼ਰੂਰ ਟੇਕ ਅਪ ਕੀਤਾ ਜਾਏਗਾ। ਔਰ ਡੇ ਟੂ ਡੇ ਬੇਸਿਸ ਤੇ 2-3 ਵਾਰ ਹਰ ਇਸ਼ੂਜ਼ ਜਿਹੜਾ ਨੌਲੇਜ ਵਿੱਚ ਕਿਸੇ ਵੀ ਸਟੇਟ ਦੇ ਆਉਂਦਾ, ਉਹ ਉੱਥੇ ਦੀ ਮਿਨਿਸਟਰੀਜ਼ ਨਾਲ ਟੇਕ ਅਪ ਵੀ ਕੀਤਾ ਜਾਂਦਾ ਹੈ। ਜਿੱਥੋਂ ਤਾਈਂ ਤੁਸੀਂ ਮਹਿੰਗਾਈ ਦੀ ਗੱਲ ਕੀਤੀ, ਤੁਸੀਂ ਕਿਹਾ ਵੀ ਟਿਕਟਾਂ ਦੇ ਨਾਲ ਪੈਸੇ ਲਿੱਤੇ ਜਾਂਦੇ, ਇਹ ਕੋਈ ਵੀ ਪੈਸੇਂਜਰ ਜਦੋਂ ਕਿਸੇ 에ਅਰਪੋਰਟ ਤੇ ਉਤਰਦਾ, ਚਾਹੇ ਉਹ
ਮੋਹਾਲੀ 에ਅਰਪੋਰਟ ਉਤਰੇ, ਚਾਹੇ ਅੰਮ੍ਰਿਤਸਰ 에ਅਰਪੋਰਟ ਉਤਰੇ, ਚਾਹੇ ਲੁਧਿਆਣੇ ਦੇ ਸਾਨੇਵਾਲ 에ਅਰਪੋਰਟ ਤੇ ਡੋਮੈਸਟਿਕ ਕੋਈ ਫਲਾਈਟ ਉਤਰੇ, ਇਹ ਉੱਥੇ ਆਪਸ਼ਨਸ ਪੁੱਛੀਆਂ ਜਾਂਦੀਆਂ ਉਹਨਾਂ ਨੂੰ ਵੀ ਤੁਸੀਂ ਹੋਟਲ 'ਚ ਜਾਣਾ ਚਾਹੋਗੇ ਜਾਂ ਗਵਰਨਮੈਂਟ ਦੀ ਜਿਹੜੀ ਫੈਸਿਲਿਟੀ ਆ ਉਹਨੂੰ ਅਵੇਲ ਕਰਨਾ ਚਾਹੋਗੇ। ਇਹ ਉਹਨਾਂ ਕੋਲ ਜੇ ਪੈਸਾ ਨਹੀਂ ਹੈ ਤਾਂ ਉਹ ਗਵਰਨਮੈਂਟ ਦੀ ਫੈਸਿਲਿਟੀ ਬਹੁਤ ਵਧੀਆ ਫੈਸਿਲਿਟੀ ਹੈ। ਅੱਗੇ ਨੰਦੇੜ ਵਾਲੇ ਵੀ ਰਹੇ ਨੇ ਉਹਦੇ 'ਚ ਆ ਕੇ, ਕੋਈ ਇਹੋ ਜਿਹੀ ਦੇਖਣ ਨੂੰ ਮਿਲੀ ਨਹੀਂ ਵੀ ਉਹਨਾਂ ਨੂੰ ਖਾਣਾ ਨਹੀਂ ਵਧੀਆ ਮਿਲਿਆ ਹੋਏ ਜਾਂ ਉਹਨਾਂ ਨੂੰ ਰਹਿਣ ਨੂੰ ਉੱਥੇ ਸੁਵਿਧਾਵਾਂ ਨਾ ਮਿਲੀਆਂ ਹੋਣ। ਬਹੁਤ ਅੱਛੀ ਫੈਸਿਲਿਟੀਆਂ ਉੱਥੇ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਡਿਵੈਲਪ ਕਰਕੇ ਰੱਖੀਆਂ ਹੋਈਆਂ ਤੇ ਉੱਥੇ ਵੀ ਪਹੁੰਚ ਸਕਦੇ ਨੇ, ਖਰਚਾ ਉਹਨਾਂ ਦਾ ਬਿਲਕੁਲ ਨਹੀਂ ਆਏਗਾ। ਜਿੱਥੋਂ ਤਾਈਂ ਤੁਸੀਂ ਰਿਲੈਕਸ ਕਰਨ ਦੀ ਗੱਲ ਕਰੀਏ, ਰਿਲੈਕਸ ਅੱਜ ਹੁਣੇ ਹੀ ਥੋੜੀ ਦੇਰ ਪਹਿਲਾਂ ਸਟੇਟ ਨੇ ਉਹਨੂੰ ਰਿਲੈਕਸ ਕੀਤਾ। ਅੱਗੇ 14 ਦਿਨ ਦਾ ਕੁਆਰੰਟਾਈਨ ਸੀਗਾ, ਹੁਣ ਉਹ 7 ਦਿਨ ਦਾ ਕਰਤਾ ਘਟਾ ਕੇ। 5ਵੇਂ ਦਿਨ ਉਹਨਾਂ ਦਾ ਟੈਸਟ ਹੋਏਗਾ, 7ਵੇਂ ਦਿਨ ਉਹਨਾਂ ਨੂੰ ਜੇ ਉਹ ਨੈਗੇਟਿਵ ਆਉਂਦੇ ਆ ਘਰ ਭੇਜ ਦਿੱਤੇ ਜਾਣਗੇ ਤੇ 7 ਦਿਨ ਉਹਨਾਂ ਤੋਂ ਐਫੀਡੇਵਿਟ ਲਿਆ ਜਾਏਗਾ ਵੀ ਤੁਸੀਂ ਘਰ ਹੋਮ ਕੁਆਰੰਟਾਈਨ ਤੇ ਉਹਦੇ ਵਿੱਚ ਹੋਮ ਦੀ ਹੈਲਥ ਦੀ ਐਡਵਾਈਜ਼ਰੀਜ਼ ਦੀ ਪਾਲਣਾ ਕਰੋਗੇ ਤੇ ਫਿਰ 14 ਦਿਨ ਤੱਕ ਉਹ ਉੱਥੇ ਰਹਿਣਗੇ। ਇਹ ਆਲਰੇਡੀ ਅੱਜ ਦੀ ਤਰੀਕ ਤੱਕ ਰਿਲੈਕਸ ਕਰ ਦਿੱਤਾ ਜਾਏਗਾ। ਉਹਦੇ ਵਿੱਚ ਹੋਰ ਵੀ ਰਿਲੈਕਸੇਸ਼ਨ ਦਿੱਤੀ ਗਈ ਹੈ। ਕਈ ਵਾਰੀ ਇਹ ਵੀ ਤੁਸੀਂ ਸੁਣਨ ਨੂੰ ਤਾਂ ਦੇਖਿਆ ਹੋਣਾ, ਤੁਹਾਡੇ ਕੋਲ ਵੀ ਕੰਪਲੇਂਟਾਂ ਆਈਆਂ ਹੋਣੀਆਂ, ਕਿਉਂਕਿ ਮੈਂ ਦੇਖਿਆ ਨਿਊਜ਼ 18 ਇਹੋ ਜਿਹਾ ਪਲੇਟਫਾਰਮ ਹੈ ਜਿਹੜਾ ਵਾਕਈ ਤੌਰ ਤੇ ਲੋਕਾਂ ਦੀ ਮਦਦ ਕਰਨ ਵਾਲਾ ਇੱਕ ਪਲੇਟਫਾਰਮ ਡਿਵੈਲਪ ਹੋਇਆ। ਮੈਂ ਪਿਛਲੇ 2-3 ਮਹੀਨੇ ਤੋਂ ਲਗਾਤਾਰ ਤੁਹਾਡੇ ਨਾਲ ਜੁੜਿਆ ਹੋਇਆ। ਕੋਈ ਇਹ ਸਾਨੂੰ ਦੇਖਣ ਨੂੰ ਮਿਲਿਆ ਵੀ ਕੋਈ ਪ੍ਰੈਗਨੈਂਟ ਲੇਡੀ ਹੈ, ਉਹਨੂੰ ਕਿਤੇ ਕੁਆਰੰਟਾਈਨ ਕੀਤਾ ਜਾਵੇ, ਕਿਸੇ ਨੂੰ ਕੋਈ ਡਿਪਰੈਸ਼ਨ 'ਚ ਰਹਿੰਦੇ ਨੇ, ਕਿਸੇ ਨੂੰ ਕੋਈ ਬਿਮਾਰੀ ਹੈ, ਤਾਂ ਉਹ ਡੀਸੀਜ਼ ਨੂੰ ਬਕਾਇਦਾ ਤੌਰ ਤੇ ਅਖਤਿਆਰ ਦਿੱਤੇ ਗਏ ਨੇ ਵੀ ਉਹਨੂੰ ਚੈੱਕ ਕਰਾ ਕੇ ਜੇ ਵਾਕਈ ਉਹਨੂੰ ਇਹੋ ਜਿਹੀ ਚੀਜ਼ ਲੋੜੀਂਦੀ ਹੈ ਵੀ ਉਹ ਇਕੱਲੇ 'ਚ ਕੁਆਰੰਟਾਈਨ ਕਿਤੇ ਇੰਸਟੀਟਿਊਸ਼ਨਲ ਕੁਆਰੰਟਾਈਨ ਨਹੀਂ ਹੋ ਸਕਦਾ, ਤਾਂ ਉਹਨੂੰ ਉਹ ਘਰੇ ਉਹਦੀ ਫੈਸਿਲਿਟੀ ਚੈੱਕ ਕਰਕੇ ਉਹਨੂੰ ਘਰੇ ਵੀ ਕਰਵਾਇਆ ਜਾ ਸਕਦਾ ਹੈ। ਇਹ ਆਲਰੇਡੀ ਹੌਲੀ-ਹੌਲੀ ਰਿਲੈਕਸ ਹੋ ਰਿਹਾ ਹੈ, ਪਰ ਇਹ ਬਹੁਤ ਜ਼ਰੂਰੀ ਹੈ ਆਪਣੇ ਸੂਬੇ ਵਾਸਤੇ, ਆਪਣੀ ਸਾਰੇ ਸੂਬੇ ਦੀ ਜਨਤਾ ਵਾਸਤੇ ਵੀ ਥੋੜੀ ਇਹਤਿਆਤ, ਥੋੜਾ ਜਿਹਾ ਆਪਣੇ ਤੇ ਸਬਰ ਤੇ ਸੰਤੋਖ ਇਹ ਜ਼ਰੂਰ ਸਾਨੂੰ ਹੁਣ ਲਾਗੂ ਕਰਨਾ ਪਏਗਾ। ਇਨੀਸ਼ੀਅਲੀ ਫਲਾਈਟਾਂ ਚਾਲੂ ਹੋਈਆਂ, ਜਿਵੇਂ ਛੋਟੇ ਵੀਰ ਨੂੰ ਮੁਸ਼ਕਿਲ ਆਈ, 5-6 ਘੰਟੇ ਲੱਗ ਗਏ। ਉਹਨਾਂ ਨਾਲ ਵੀ ਗੱਲ ਕਰ ਲਈਏ। ਬੈਂਕਾਕ ਤੋਂ ਆਏ ਨੇ ਇਹ ਆਸ਼ੂ ਜੀ, ਮੈਂ ਤੁਹਾਡੇ ਕੋਲ ਦੁਬਾਰਾ ਆਉਣਾ। ਬੈਂਕਾਕ ਤੋਂ ਆਏ ਨੇ ਇਹ ਕੀ ਕਹਿਣਾ ਚਾਹੁੰਦੇ ਨੇ, ਕੀ ਕਹਿਣਾ ਚਾਹੁੰਦੇ ਹੋ ਜੀ? ਹਿੰਮਤ ਸਿੰਘ ਨੇ, ਹਿੰਮਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਕੀਮਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਜੀ ਅਸੀਂ ਤਾਂ ਗੁਰੂ ਦੀ ਕਿਰਪਾ ਨਾਲ ਗੁਰਦੁਆਰਾ ਸਿੰਘ ਸਾਹਿਬ ਬੈਂਕਾਕ ਤੋਂ ਆਏ ਆ। ਜਿਹਦੇ ਨਾਲ ਅਸੀਂ 2 ਮਹੀਨੇ ਉੱਥੇ ਰਹਿੰਦੇ ਸੀਗੇ ਤੇ ਸਾਨੂੰ ਉੱਥੇ ਦੇ ਸਿੱਖ ਪਰਿਵਾਰਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਰਾਸ਼ਨ ਪਾਣੀ ਦਿੰਦੇ ਰਹੇ ਨੇ, ਸਾਨੂੰ ਕੋਆਪਰੇਟ ਕੀਤਾ ਬਹੁਤ ਅੱਛੇ ਤਰੀਕੇ ਨਾਲ। ਇੱਥੇ ਕੋਈ ਸਮੱਸਿਆ ਆ ਰਹੀ ਹੈ ਤੁਹਾਨੂੰ? ਇੱਥੇ ਕੀ ਸਮੱਸਿਆਵਾਂ ਨੇ? ਇੱਥੇ ਤੁਹਾਡਾ ਟੈਸਟ ਹੋ ਚੁੱਕਿਆ ਹੈ, ਤੁਹਾਨੂੰ ਕਿੱਥੇ ਕੁਆਰੰਟਾਈਨ ਕੀਤਾ ਗਿਆ? ਨਹੀਂ ਜੀ, ਇੱਥੇ ਸਾਨੂੰ 14 ਦਿਨ ਵਾਸਤੇ ਲਿਆਂਦਾ ਗਿਆ। ਸਾਨੂੰ ਅੱਛੇ ਤਰੀਕੇ ਨਾਲ ਸਭ ਚੀਜ਼ਾਂ ਸੁਵਿਧਾ ਦਿੱਤੀਆਂ ਜਾ ਰਹੀਆਂ। ਲੰਗਰ ਪ੍ਰਸ਼ਾਦਾ ਸਾਨੂੰ ਕਮਰਿਆਂ 'ਚ ਪਹੁੰਚਾਇਆ ਜਾ ਰਿਹਾ ਬੜੇ ਪਿਆਰ ਦੇ ਨਾਲ। ਪੁਲਿਸ ਮੁਲਾਜ਼ਮ ਸਾਡੇ ਨਾਲ ਅੱਛੇ ਤਰੀਕੇ ਨਾਲ, ਬਹੁਤ ਤਰੀਕੇ ਨਾਲ ਚੱਲ ਰਹੇ ਨੇ ਸਾਡੇ ਨਾਲ। ਕੋਈ ਬਹੁਤ ਅੱਛੇ ਤਰੀਕੇ ਨਾਲ। ਮੰਗ ਹੈ ਤੁਹਾਡੀ ਸਰਕਾਰ ਤੋਂ? ਕੋਈ ਮੰਗ ਹੋਵੇ, ਮੰਤਰੀ ਸਾਡੇ ਨਾਲ ਨੇ, ਕੋਈ ਮੰਗ ਹੋਵੇ ਤੁਹਾਡੀ? ਨਹੀਂ ਵੀਰ ਜੀ, ਕੋਈ ਵੀ ਮੰਗ ਨਹੀਂ ਹੈਗੀ ਬਸ। ਜੀ ਧੰਨਵਾਦ ਤੁਹਾਡਾ, ਧੰਨਵਾਦ। ਮੈਂ ਸ਼ਿਵਮ ਜਿਹੜੀ ਗੱਲ ਭਾਰਤ ਭੂਸ਼ਣ ਆਸ਼ੂ ਹੋਰੀ ਕਹਿ ਰਹੇ ਨੇ, ਤੁਸੀਂ ਉਹਨਾਂ ਤੋਂ ਤੁਸੀਂ ਕਹਿ ਰਹੇ ਹੋਗੇ ਕਿ ਮਤਲਬ ਤੁਹਾਨੂੰ ਲਿਸਟ ਫੜਾ ਦਿੱਤੀ ਜਾਂਦੀ ਹੈ ਉੱਥੇ, ਇਹ ਗੱਲ ਹੈ? ਜਾਂ ਉਹ ਕਹਿੰਦੇ ਆ ਕਿ ਨਹੀਂ, ਜੇ ਤੁਸੀਂ ਸਰਕਾਰੀ 'ਚ ਵੀ ਰਹਿਣਾ ਤੁਹਾਡਾ ਇੰਤਜ਼ਾਮ ਕੀਤਾ ਜਾਂਦਾ ਹੈ, ਜਾਂ ਤੁਹਾਨੂੰ ਕਿਹਾ ਜਾਂਦਾ ਕਿ ਜਿਹੜੀ ਹੋਟਲਾਂ ਦੀ ਲਿਸਟ ਆ ਉਹ ਪ੍ਰੋਪਰ ਬਣੀ ਹੋਈ ਹੈ, ਉਹਦੇ 'ਚ ਕੋਈ ਗੜਬੜ ਹੈ? ਨਹੀਂ, ਇਹਨਾਂ ਨੇ ਠੀਕ ਕਿਹਾ ਸੀ, ਜਿੱਦਾਂ ਕਿ ਸਾਨੂੰ ਪ੍ਰੋਪਰ ਲਿਸਟ ਦਿੱਤੀ ਸੀ ਤੇ ਨਾਲ ਇਹਨਾਂ ਨੇ ਆਹ ਵੀ ਕਿਹਾ ਸੀ ਕਿ ਆਹ ਪ੍ਰਾਈਵੇਟ ਇੰਸਟੀਟਿਊਟਸ ਨੇ, ਜੇ ਤੁਸੀਂ ਗਵਰਨਮੈਂਟ ਦੇ ਥਰੂ ਜਾਣਾ ਤੇ ਗਵਰਨਮੈਂਟ ਫੈਸਿਲਿਟੀਜ਼ ਵੀ ਸਾਨੂੰ ਲਾਗੂ ਹੋਣਗੀਆਂ। ਜਿੱਦਾਂ ਉਹਨਾਂ ਨੇ ਕਿਹਾ ਇੱਕ ਅੱਧਾ ਸਕੂਲ ਨੇ ਤੁਸੀਂ ਫ੍ਰੀ ਆਫ ਕਾਸਟ ਰਹਿ ਸਕਦੇ ਹੋ। ਇੱਧਰ ਦੇ ਸਰਕਾਰ ਤੇ ਠੀਕ ਹੈ ਇਸ ਗੱਲ ਤੇ ਕਿ ਉਹਨਾਂ ਨੇ ਗਵਰਨਮੈਂਟ ਸਾਨੂੰ ਪ੍ਰੋਵਾਈਡ ਕੀਤੀਆਂ ਸੀ ਕਿ ਜਿੱਦਾਂ ਉਹਨਾਂ ਨੇ ਗਵਰਨਮੈਂਟ 'ਚ ਜਾਣਾ ਉਹ ਚੱਲ ਜਾਣ, ਜਿਨ੍ਹਾਂ ਨੇ ਪ੍ਰਾਈਵੇਟ ਜਾਣਾ ਉਹ ਚੱਲ ਜਾਣ। ਇਹ ਉਹਨਾਂ ਨੇ ਆਫਰ ਦਿੱਤੇ ਸੀ ਸਾਨੂੰ। ਤਾਂ ਤੁਸੀਂ ਗਵਰਨਮੈਂਟ ਦੇ ਕਿਉਂ ਨਹੀਂ ਫਿਰ, ਕੀ ਮਤਲਬ ਤੁਹਾਨੂੰ ਵਿਸ਼ਵਾਸ ਨਹੀਂ ਕਿ ਉੱਥੇ ਪ੍ਰਬੰਧ ਠੀਕ ਨਹੀਂ ਹੋਣਾ? ਕਿਉਂ ਨਹੀਂ ਗਏ? ਸਰਕਾਰ ਦਾ ਦਾਅਵਾ ਕਿ ਅਸੀਂ ਬਹੁਤ ਵਧੀਆ ਇੰਤਜ਼ਾਮ ਕੀਤੇ ਹੋਏ ਨੇ। ਸਰ ਜੀ, ਉਹ ਤੇ ਆਪਣੀ ਸੇਫਟੀ ਲਈ ਆ। ਸਾਨੂੰ ਥੋੜਾ ਲੱਗਿਆ ਕਿ ਪ੍ਰਾਈਵੇਟ ਇੰਸਟੀਟਿਊਟ ਨਾਲ ਥੋੜੀ ਹੋਰ ਸੇਫਟੀ ਹੋਊਗੀ ਤੇ ਥੋੜਾ ਵਧੀਆ ਮਾਹੌਲ ਚਾਲ ਹੋਏਗਾ, ਥੋੜੇ ਪ੍ਰੋਪਰ ਸੇਫਟੀ ਡਿਸਟੈਂਸਿੰਗ ਵਗੈਰਾ ਮੇਨਟੇਨ ਕੀਤੀ ਜਾਣਗੀਆਂ। ਬਸ ਇਸ ਕਰਕੇ ਆ ਡਿਸੀਜਨ ਲਿੱਤਾ ਕਿ ਆਪਾਂ ਹੋਟਲ ਰੂਮ ਬੁੱਕ ਕਰਾ ਲਈਏ। ਤਾਂ ਆਸ਼ੂ ਜੀ, ਕੀ ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਵੀ ਹੋ ਸਕਦਾ ਹੈਗਾ ਕਿ ਜਿਹੜੀ ਤੁਸੀਂ ਰਿਲੈਕਸੇਸ਼ਨ ਦੀ ਕੋਈ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਸਰਕਾਰ 'ਚ ਰਿਲੈਕਸ਼ਨ ਰਹੇ ਹੋ ਕਿ ਰਿਲੈਕਸੇਸ਼ਨ ਥੋੜੀ ਛੇ ਕੇ ਬਿਹਤਰ ਤਰੀਕੇ ਨਾਲ ਚੀਜ਼ਾਂ ਨੂੰ ਹੈਂਡਲ ਕੀਤਾ ਜਾਵੇ ਤਾਂ ਕਿ ਕਿਸੇ ਦੀ ਵੀ ਕੋਈ ਸਮੱਸਿਆ ਨਾ ਰਹੇ?
ਜਿਵੇਂ ਮੈਂ ਤੁਹਾਨੂੰ ਪਹਿਲਾਂ ਥੋੜਾ ਜਿਹਾ ਦੱਸਿਆ ਸੀ, ਮੈਂ ਥੋੜਾ ਜਿਹਾ ਤੁਹਾਨੂੰ ਹੋਰ ਇਲੈਬੋਰੇਟ ਕਰ ਦੇਣਾ। ਮੈਂ ਇਸ ਪਲੇਟਫਾਰਮ ਨੂੰ ਯੂਜ਼ ਕਰੂੰਗਾ ਲੋਕਾਂ ਤਾਈਂ ਇਹ ਇਨਫੋਰਮੇਸ਼ਨ ਪਹੁੰਚਾਉਣ ਲਈ। ਜਿਹੜੇ ਸਾਡੇ ਮੁਲਕ ਦੇ ਦੂਸਰੇ ਹਿੱਸਿਆਂ ਦੇ ਵਿੱਚੋਂ ਦੀ ਸਾਰੇ ਪੰਜਾਬੀ ਆ ਰਹੇ ਨੇ, ਉਹਨਾਂ ਨੂੰ ਬਕਾਇਦਾ ਤੌਰ ਤੇ ਕਿਤੇ ਵੀ ਜਿੱਥੇ ਉਹ ਆਉਂਦੇ ਨੇ, ਚਾਹੇ ਉਹ ਬੱਸ ਰਾਹੀਂ ਆਉਂਦੇ ਨੇ, ਟ੍ਰੇਨ ਰਾਹੀਂ ਆਉਂਦੇ ਨੇ ਜਾਂ ਬਾਈ ਏਅਰ ਆਉਂਦੇ ਨੇ, ਉੱਥੇ ਉਹਨਾਂ ਦੇ ਸਟੇਸ਼ਨਾਂ ਤੇ ਹੀ ਸਕਰੀਨ ਕੀਤਾ ਜਾਂਦਾ ਹੈ। ਜਿਹੜਾ ਸਿਰਫ ਸਿੰਪਟੋਮੈਟਿਕ ਹੈ ਉਹਨੂੰ ਕੱਢ ਲਿਆ ਜਾਂਦਾ, ਜਿਹੜੇ ਅਸਿੰਪਟੋਮੈਟਿਕ ਨੇ ਜਿਨ੍ਹਾਂ ਦੇ ਅੰਦਰ ਕੋਈ ਸਿੰਪਟਮ ਨਹੀਂ ਹੈ ਉਹਨਾਂ ਤੋਂ ਉਹਨਾਂ ਦਾ ਬੌਂਡ ਲੈ ਕੇ ਉਹਨਾਂ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਜਾਂਦਾ ਹੈ। ਜਿਹੜੇ ਡੋਮੈਸਟਿਕ ਵਾਲੇ ਆ ਉਹਨਾਂ ਨੂੰ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ। ਹੁਣ ਜਿਹੜੇ ਬਾਹਰ ਰਹਿ ਗਏ, ਜਿਵੇਂ ਛੋਟਾ ਵੀਰ ਆਇਆ ਹੋਇਆ ਜਾਂ ਭੈਣ ਜੀ ਕਹਿ ਰਹੇ ਨੇ ਵੀ ਅਸੀਂ ਆਉਣਾ ਚਾਹੁੰਦੇ ਨੇ, ਜਿੰਨਾ ਤਾਂ ਪੋਰਸ਼ਨ ਹੈਗਾ ਸੈਂਟਰ ਗਵਰਨਮੈਂਟ ਦਾ, ਚਾਹੇ ਫਲਾਈਟਾਂ ਦਾ, ਵੰਦੇ ਮਾਤਰਮ ਫਲਾਈਟ ਦਾ, ਉਹਦੇ 'ਚ ਫਲਾਈਟਾਂ ਵਧਾਉਣ ਦਾ, ਉਹਨਾਂ ਦੇ ਕਿਰਾਏ ਨੂੰ ਘਟਾਉਣ ਦਾ ਜਿਹੜਾ ਇਹ ਇਸ਼ੂ ਹੈ, ਇਹ ਸੈਂਟਰ ਗਵਰਨਮੈਂਟ ਨਾਲ ਟੇਕਅਪ ਕਰਨ ਵਾਲਾ। ਇਹ ਗਵਰਨਮੈਂਟ ਟਾਈਮ ਟੂ ਟਾਈਮ ਟੇਕਅਪ ਕਰ ਵੀ ਰਹੀ ਹੈ। ਜਿਸ ਤਰੀਕੇ ਤੁਹਾਡੇ ਚੈਨਲਾਂ ਦੇ ਥਰੂ ਮੈਸੇਜ ਮਿਲ ਰਹੇ ਹੈ ਸਾਡੇ ਪ੍ਰਵਾਸੀ ਭਾਰਤੀਆਂ ਦੇ, ਉਹ ਟੇਕਅਪ ਵੀ ਕੀਤਾ ਜਾਂਦਾ ਹੈ। ਦੂਸਰਾ, ਉਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਸੀਗੀਆਂ ਇੱਥੇ ਆ ਕੇ ਵੀ ਸਾਨੂੰ 14 ਦਿਨ ਚਾਹੇ ਪ੍ਰਾਈਵੇਟ ਜਾਂ ਗਵਰਨਮੈਂਟ ਦੀਆਂ ਇੰਸਟੀਟਿਊਸ਼ਨ 'ਚ ਕੁਆਰੰਟਾਈਨ ਹੋਣਾ ਪੈਂਦਾ, ਉਹ ਵੀ ਹੁਣ ਘਟਾ ਕੇ ਥੋੜਾ ਰਿਲੈਕਸ ਕਰ ਦਿੱਤਾ, ਅੱਧੀਆਂ ਕਰ ਦਿੱਤੀਆਂ ਗਈਆਂ, 7 ਦਿਨਾਂ ਦੇ ਅੰਦਰ ਕਰ ਦਿੱਤਾ। ਇਹ ਵੀ ਸੁਣਨ ਨੂੰ ਮਿਲਿਆ ਸੀਗਾ ਕਈ ਜਗ੍ਹਾ ਤੇ ਵੀ ਕਈ ਬਿਮਾਰ ਨੇ ਜਾਂ ਲੇਡੀਜ਼ ਨੇ, ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ, ਉਹਨਾਂ ਵਾਸਤੇ ਵੀ ਰਿਲੈਕਸੇਸ਼ਨ ਕਰ ਦਿੱਤੀ ਗਈ। ਬਈ ਉਹਨਾਂ ਨੂੰ ਡੀਸੀਜ਼ ਤੇ ਛੱਡ ਦਿੱਤਾ ਗਿਆ, ਡੀਸੀ ਉੱਥੇ ਚੈੱਕ ਕਰਵਾ ਲੈਣ ਉਹਨਾਂ ਨੂੰ, ਜੇ ਡਾਕਟਰਸ ਐਡਵਾਈਸ ਕਰਨਗੇ ਤੇ ਉਹਨਾਂ ਨੂੰ ਐਜ਼ ਇਟ ਇਜ਼ ਘਰ ਭੇਜ ਦਿੱਤਾ ਜਾਏਗਾ। ਕਾਫੀ ਚੀਜ਼ਾਂ ਅੱਗੇ ਨਾਲੋਂ ਰਿਲੈਕਸ ਕੀਤੀਆਂ ਗਈਆਂ ਨੇ, ਕਿਉਂਕਿ ਹੁਣੇ ਹੀ ਸ਼ੁਰੂ ਹੋਇਆ। ਇਹਦੇ 'ਚ ਜਿਵੇਂ ਜਿਵੇਂ ਅੱਗੋਂ ਦੇਖਦੇ ਜਾਵਾਂਗੇ, ਜੋ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ, ਉਹ ਹਮੇਸ਼ਾ ਗਵਰਨਮੈਂਟ ਤਿਆਰ ਹੈ, ਕਿਉਂਕਿ ਇੱਕ ਪੈਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਕਿਸੇ ਵੀ ਭਰਾ ਨੂੰ ਕੋਈ ਮੁਸ਼ਕਿਲ ਨਾ ਆਵੇ। ਜੋ ਆਪਣੇ ਰਿਸੋਰਸਿਸ ਹੈ ਉਹਨਾਂ ਦੇ ਤਹਿਤ ਮੈਕਸਿਮਮ ਜੋ ਪੋਸੀਬਲ ਹੈਲਪ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਡੇ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਹੈਲਥ ਦੇ ਬੰਦੇ, ਜਿਹੜੇ ਸਾਡੇ ਸੈਨੀਟੇਸ਼ਨ ਸਫਾਈ ਦੇ ਬੰਦੇ, ਉਹ ਔਨ ਟੋਜ਼ ਨੇ ਉਹਨਾਂ ਦੀ ਸੇਵਾ ਲਈ। ਜਿੱਥੇ ਆਈਸੋਲੇਸ਼ਨ ਸੈਂਟਰ ਬਣੇ ਨੇ ਜਾਂ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ, ਸਿਵਲ ਹਸਪੀਟਲਸ ਜਿਹੜੇ ਪੋਜ਼ਿਟਿਵ ਪਾਏ ਜਾਂਦੇ ਨੇ। ਪਰ ਪਰਮਾਤਮਾ ਦੀ ਬੜੀ ਕਿਰਪਾ ਹੈ, ਅੱਜ ਤਾਈਂ ਪੰਜਾਬ ਦੇ ਉੱਤੇ ਪੰਜਾਬੀ ਬੜੇ ਹੌਸਲੇ ਨਾਲ ਇਹ ਲੜਾਈ ਲੜੀ ਹੈ। ਔਰ ਸਾਡੇ ਸੀਐਮ ਸਾਹਿਬ ਕੈਪਟਨ ਅਮਰਿੰਦਰ ਜੀ ਲਗਾਤਾਰ ਨਿਗਰਾਨੀ ਦੇ ਹੇਠ ਹਾਲੇ ਤਾਈਂ ਪੰਜਾਬ ਦੇ ਵਿੱਚ ਕੋਈ ਕੇਸਾਂ ਦਾ ਫੈਲਾਅ ਦੇਖਣ ਨੂੰ ਮਿਲਿਆ ਨਹੀਂ ਹੈ। ਜੀ ਅਸੀਂ ਸਾਡੇ ਨਾਲ ਜੁੜੇ ਰਹੇ ਹੋ, ਤੁਸੀਂ ਵੀ ਸ਼ਿਵਮ, ਤੁਸੀਂ ਵੀ ਸਾਡੇ ਨਾਲ ਜੁੜੇ ਰਹੇ ਹੋ, ਸਰੋਜ ਜੀ ਤੁਸੀਂ ਸਾਡੇ ਨਾਲ ਆ ਰਹੇ ਹੋ। ਬਹੁਤ ਸਾਰੀਆਂ ਹੋਰ ਕਾਲਾਂ ਵੱਖ-ਵੱਖ ਮੁਲਕਾਂ 'ਚ ਲੋਕ ਕੀ ਕਹਿਣਗੇ, ਅਸੀਂ ਕਾਲਾਂ ਲੈ ਰਹੇ ਹਾਂ ਹੋਰ ਲੋਕਾਂ ਦੀਆਂ ਵੀ, ਜੋ ਕੁਝ ਕਹਿਣਾ ਚਾਹੁੰਦੇ ਨੇ, ਸਰਕਾਰ ਤੱਕ ਆਪਣੀ ਗੱਲ ਰੱਖਣੀ ਚਾਹੁੰਦੇ ਨੇ। ਇੱਕ ਬ੍ਰੇਕ ਲਈ ਸਾਨੂੰ ਰੁਕਣਾ ਪੈਣਾ, ਹੋਰ ਕਾਲਾਂ ਵੀ ਅਸੀਂ ਜੋੜਾਂਗੇ, ਹੋਰ ਲੋਕਾਂ ਨੂੰ ਵੀ ਜੋੜਾਂਗੇ ਤਾਂ ਕਿ ਸਰਕਾਰ ਤੱਕ ਪੂਰੀ ਸੱਚਾਈ ਪਹੁੰਚੇ ਤੇ ਸਰਕਾਰ ਉਹਨਾਂ ਦੀ ਮਦਦ ਕਰ ਸਕੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਈਮ। ਮੈਂ ਹਾਂ ਯਾਦਵਿੰਦਰ ਸਿੰਘ। ਚਰਚਾ ਅਸੀਂ ਇਸ ਗੱਲ ਦੇ ਉੱਤੇ ਕਰ ਰਹੇ ਹਾਂ, ਜਿਹੜੇ ਵੱਖ-ਵੱਖ ਮੁਲਕਾਂ 'ਚ ਪ੍ਰਵਾਸੀ ਪੰਜਾਬੀ ਫਸੇ ਹੋਏ ਨੇ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਵੱਖ-ਵੱਖ ਮੁਲਕਾਂ 'ਚ, ਅਰਬ ਦੇ ਮੁਲਕਾਂ 'ਚ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਫਸੇ ਹੋਏ ਨੇ, ਇੱਥੇ ਆਉਣਾ ਚਾਹੁੰਦੇ ਨੇ। ਫਲਾਈਟਾਂ ਮਹਿੰਗੀਆਂ ਨੇ, ਕੁਆਰੰਟਾਈਨ ਦਾ ਮਸਲਾ ਗਾ, ਬਹੁਤ ਸਾਰੇ ਮਸਲੇ ਨੇ ਉਹਨਾਂ ਦੇ ਜਿਹੜੇ ਉਠਾ ਰਹੇ ਨੇ। ਸਾਡੇ ਨਾਲ ਪੰਜਾਬ ਸਰਕਾਰ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ, ਸਾਡੇ ਨਾਲ ਸ਼ਿਵਮ ਜੁੜੇ ਹੋਏ ਨੇ, ਜਿਹੜੇ ਭਾਰਤੀ ਵਿਦਿਆਰਥੀ ਨੇ, ਜਿਹੜੇ ਆਸਟ੍ਰੇਲੀਆ ਤੋਂ ਆਏ ਨੇ, ਉਹਨਾਂ ਕੁਆਰੰਟਾਈਨ ਇਸ ਟਾਈਮ ਕਿਸੇ ਹੋਟਲ 'ਚ। ਤੇ ਸਾਡੇ ਨਾਲ ਮੈਲਬਰਨ ਤੋਂ ਵੀ ਜੁੜੇ ਹੋਏ ਨੇ ਸਤੀਸ਼ ਜੀ, ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਤੀਸ਼ ਜੀ ਨਾਲ ਗੱਲਬਾਤ ਕਰਦੇ ਹਾਂ। ਸਤੀਸ਼ ਜੀ, ਕੀ ਤੁਹਾਡੇ ਮੁਤਾਬਕ, ਕਿਉਂਕਿ ਤੁਹਾਡੀਆਂ ਗੱਲਾਂ ਹੋਰਾਂ ਨਾਲ ਵੀ ਹੁੰਦੀਆਂ ਜਿਨ੍ਹਾਂ ਨੇ ਇੱਥੇ ਆਉਣਾ ਹੋਊਗਾ, ਜਾਂ ਬਹੁਤ ਸਾਰੀ ਕੀ ਮੇਨ ਸਮੱਸਿਆਵਾਂ ਕੀ ਨੇ? ਮੰਤਰੀ ਸਾਡੇ ਨਾਲ ਨੇ, ਅਗਰ ਤੁਸੀਂ ਦੱਸੋ ਤਾਂ ਕਿ ਸਰਕਾਰ ਤੱਕ ਗੱਲਾਂ ਪਹੁੰਚਣ। ਸਤੀਸ਼ ਜੀ। ਸੁਣਿਆ ਨਹੀਂ ਜੀ ਤਾਂ ਬੋਲੋ। ਸੁਣਿਆ ਜੀ ਕੀ ਸਮੱਸਿਆ ਦੱਸੋ ਸਤੀਸ਼ ਜੀ। ਜੇ ਤੁਸੀਂ ਦੱਸ ਸਕੋ ਕੀ ਸਮੱਸਿਆਵਾਂ ਨੇ ਲੋਕਾਂ ਦੀਆਂ, ਤੁਹਾਡੀਆਂ ਸਮੱਸਿਆਵਾਂ ਕੀ ਨੇ, ਜਿਹੜੇ ਹੋਰ ਲੋਕ ਨੇ ਕੀ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ, ਕੀ ਪ੍ਰੋਬਲਮਸ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਸਭ ਤੋਂ ਇਹ ਪ੍ਰੋਬਲਮ ਹੈ ਜੀ ਸਰ, ਜਿਹੜੀ ਫਲਾਈਟ ਦੀ ਟਿਕਟਾਂ ਹੈਗੀਆਂ, ਪਹਿਲੇ 700-800 ਰੁਪਏ ਟਿਕਟ ਸੀ, ਹੁਣ ਸਿੱਧੀ 1700 ਟਿਕਟ ਲਾਤੀ ਉਹਨਾਂ ਨੇ ਜੀ। ਠੀਕ ਹੈ ਜੀ। ਇੱਕ ਸੈਕੰਡਲੀ ਉੱਥੇ ਜਾ ਕੇ, ਇੰਡੀਆ ਜਾ ਕੇ ਹੋਟਲ 'ਚ ਕੁਆਰੰਟਾਈਨ ਕਰਨਗੇ, ਸਾਨੂੰ ਘਰ 'ਚ ਰੱਖਿਆ ਜਾਣ, ਉਹ ਬਿਹਤਰ ਆ। ਜੀ ਉਹ ਘਰ 'ਚ ਸਾਨੂੰ ਕੋਈ ਖਰਚਾ ਨਹੀਂ। ਉੱਥੇ ਪਰ ਡੇ ਜਿਹੜਾ ਹੈਗਾ 3800 ਰੁਪਇਆ ਸਿੰਗਲ ਹੈ ਜੀ, 4800 ਰੁਪਇਆ ਡਬਲ ਹੈ ਜੀ ਚਾਰਜ ਜੀ ਹੋਟਲ 'ਚ। ਹਾਂਜੀ, ਹਰ ਕੋਈ ਅਫੋਰਡ ਨਹੀਂ ਕਰ ਸਕਦਾ ਜੀ ਇਹ। ਜੀ ਘਰ 'ਚ ਹੁਣ ਤਾਂ ਬਿਹਤਰ ਹੈ ਜੀ ਆਪਣਾ। ਜੀ ਹਾਂਜੀ ਬਿਲਕੁਲ।
ਤੁਹਾਡੀ ਆਵਾਜ਼ ਸਤੀਸ਼ ਜੀ ਮੈਂ ਕਹੂੰਗਾ ਥੋੜੀ ਆਵਾਜ਼ ਤੁਹਾਡੀ ਠੀਕ ਹੋਵੇ ਤਾਂ ਜ਼ਿਆਦਾ ਵਧੀਆ ਗੱਲ ਹੋਊਗੀ। ਤੁਹਾਡੀ ਆਵਾਜ਼ ਠੀਕ ਨਹੀਂ ਆ ਰਹੀ ਸਾਡੇ ਤੱਕ, ਥੋੜਾ ਕਨੈਕਸ਼ਨ ਠੀਕ ਹੋਵੇ ਤਾਂ। ਆਸ਼ੂ ਜੀ ਜਿਹੜਾ ਸਾਡੇ ਨਾਲ ਮੈਲਬਰਨ ਤੋਂ ਇੱਕ ਹੋਰ ਵੀ ਹਰ ਸੁਖਬੀਰ ਸਾਡੇ ਨਾਲ ਮੈਲਬਰਨ ਤੋਂ ਕਾਲਰ ਜੁੜੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਰ ਸੁਖਬੀਰ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜਾਦੂਗਰ ਜੀ, ਮੈਂ ਮੈਲਬਰਨ ਤੋਂ ਬੋਲ ਰਿਹਾ। ਦੇਖੋ ਜਿਹੜੀ ਵੰਦੇ ਭਾਰਤ ਮਿਸ਼ਨ ਜਿਹੜਾ ਇੰਡੀਅਨ ਗਵਰਨਮੈਂਟ ਨੇ ਚਲਾਇਆ ਹੈ, ਉਹਦੀ ਜਿਹੜੀ ਫਲਾਈਟ ਆਉਂਦੀ ਹੈ 에ਅਰ ਇੰਡੀਆ ਦੀ ਮੈਲਬਰਨ, ਉਹਦਾ ਆਸਟ੍ਰੇਲੀਅਨ ਗਵਰਨਮੈਂਟ ਨਾਲ ਟਾਈ ਅਪ ਹੈ ਇਹਨਾਂ ਦਾ। ਉੱਥੋਂ ਜਿਹੜੀ ਫਲਾਈਟ ਆ ਰਹੀ ਉਹ ਖਾਲੀ ਨਹੀਂ ਆ ਰਹੀ, ਉਹਦੀ ਟਿਕਟ ਅਪਰੋਕਸੀਮੇਟਲੀ $2200 ਦੀ ਉਹ ਟਿਕਟ ਹੈ, ਤੇ ਇੱਥੋਂ ਜਿਹੜੇ ਪੈਸੇਂਜਰ ਜਾ ਰਹੇ ਨੇ ਉਹ $1700-1800 ਦੀ ਉਹ ਟਿਕਟ ਲੈ ਕੇ ਜਾ ਰਹੇ ਨੇ। ਚਲੋ 에ਅਰਲਾਈਨ ਜਿੰਨਾ ਮਰਜ਼ੀ ਚਾਰਜ ਕਰ ਸਕਦੀ ਹੈ, ਪਰ ਇਸ ਮਿਸ਼ਨ ਨੂੰ ਫਿਰ ਬੰਦੇ ਭਾਰਤ ਮਿਸ਼ਨ ਨਾ ਕਹੋ। ਇਹ ਇੰਡੀਅਨ ਗਵਰਨਮੈਂਟ ਕਹਿ ਰਹੀ ਹੈ ਜੀ ਇਹ 30 ਸਾਲਾਂ 'ਚ ਸਭ ਤੋਂ ਵੱਡਾ 에ਅਰ ਲਿਫਟ ਹੈ। ਇਹ ਤਾਂ ਲੋਕ ਖਰਚਾ ਕਰ ਰਹੇ ਨੇ, ਇਹ 'ਚ ਗਵਰਨਮੈਂਟ ਕੀ ਹੈਲਪ ਕਰ ਰਹੀ ਹੈ? ਜਾਂ ਇਹ ਵਰਡ ਜਿਹੜਾ ਮਿਸ਼ਨ ਵਰਡ ਹੈ ਹਟਾ ਲੈਣ ਜੀ, ਇਹਨੂੰ ਇੱਕ ਨਾਰਮਲ ਫਲਾਈਟ ਜਿੱਦਾਂ ਚੱਲ ਰਹੀ ਹੈ। ਦੇਖੋ ਜਿਹੜੀ ਇੱਕ ਨਾਰਮਲ ਫਲਾਈਟ ਹੈ ਮੈਲਬਰਨ ਤੋਂ ਦਿੱਲੀ ਦੀ ਰਿਟਰਨ ਫਲਾਈਟ ਹੈ, ਉਹ $1150-1200 ਦੀ ਹੈ, ਔਰ ਇਸ ਟਾਈਮ ਤੇ ਇਹ $4000-4500 ਚਾਰਜ ਕਰ ਰਹੇ ਨੇ, ਔਰ ਉਹਦੇ ਚ ਖਾਣ ਪੀਣ ਦੀ ਕੋਈ ਫੈਸਿਲਿਟੀ ਨਹੀਂ ਹੈ। 12.5-13 ਘੰਟੇ ਦੀ ਫਲਾਈਟ ਹੈ, ਬਿਨਾਂ ਖਾਧੇ ਪੀਤੇ ਬੰਦਾ ਜਿਹੜਾ ਉਹ ਆ ਰਿਹਾ। 12 ਘੰਟੇ ਦੀ ਤਾਂ ਫਲਾਈਟ ਹੈ, 에ਅਰਪੋਰਟ ਤੇ 6 ਘੰਟੇ ਤੁਹਾਨੂੰ ਪਹਿਲਾਂ ਜਾਣਾ ਪੈਂਦਾ ਸਕਰੀਨਿੰਗ ਦੇ ਲਈ, ਔਰ ਇਹ 19-20 ਘੰਟੇ ਦਾ ਜਿਹੜਾ ਟਾਈਮ ਹੈ ਉਹ ਚ ਬਿਨਾਂ ਖਾਧੇ ਪੀਤੇ ਬੰਦਾ ਅੰਮ੍ਰਿਤਸਰ ਆ ਰਿਹਾ, ਔਰ ਉਸ ਤੋਂ ਬਾਅਦ 6-7 ਘੰਟੇ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਵੇਟ ਕਰਨੀ ਪੈਂਦੀ ਹੈ, ਔਰ ਇਹਦੇ ਚ 24 ਘੰਟੇ ਤੋਂ ਜ਼ਿਆਦਾ ਟਾਈਮ ਜਿਹੜਾ ਉਹ ਇੱਕ ਪੈਸੇਂਜਰ ਨੂੰ। ਬਿਲਕੁਲ ਹਰਸ਼ਗੁਪੀਤ, ਤੁਹਾਡੀ ਗੱਲ ਆ ਚੁੱਕੀ ਹੈਗੀ, ਤੁਹਾਡੀ ਗੱਲ ਆ ਚੁੱਕੀ ਹੈ। ਤੁਸੀਂ ਸਾਨੂੰ ਰਿਕੁਐਸਟ ਕੀਤੀ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਤੁਹਾਡੀ ਗੱਲ ਆ ਚੁੱਕੀ ਹੈ। ਆਸ਼ੂ ਜੀ, ਤੁਸੀਂ ਗੱਲ ਸੁਣ ਲਈ ਪੂਰੀ। ਇਹ ਮੇਜਰ ਸਮੱਸਿਆ ਕਹਿ ਰਹੇ ਨੇ ਕਿ ਤੁਹਾਨੂੰ ਲੱਗਦਾ ਕੋਈ ਲੈਟਰ ਵਗੈਰਾ ਤੁਸੀਂ ਲਿਖੋ, ਕਿਉਂਕਿ 2-3 ਥਾਵਾਂ ਨੇ ਜਿੱਥੋਂ ਸਭ ਤੋਂ ਜ਼ਿਆਦਾ ਪ੍ਰਵਾਸ ਹੋਇਆ। ਪੰਜਾਬ ਉਹ ਧਰਤੀ ਹੈ ਜਿੱਥੇ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਸਭ ਤੋਂ ਜ਼ਿਆਦਾ ਪ੍ਰਵਾਸ ਹੈ। ਗੁਜਰਾਤ ਖੁਦ ਜਿਹੜੇ ਇਸ ਟਾਈਮ ਪ੍ਰਧਾਨ ਮੰਤਰੀ ਨੇ, ਮੁੱਖ ਮੰਤਰੀ ਰਹੇ ਨੇ ਨਰਿੰਦਰ ਮੋਦੀ, ਉਹਨਾਂ ਦੇ ਸੂਬੇ 'ਚ ਬਹੁਤ ਵੱਡਾ ਪ੍ਰਵਾਸ ਹੈ। ਸਾਊਥ ਦੇ ਸੂਬਿਆਂ 'ਚੋਂ ਜਿਹੜੇ ਤਮਿਲਾਂ ਦਾ ਬਹੁਤ ਵੱਡਾ ਪ੍ਰਵਾਸ ਹੈ। ਤੁਹਾਨੂੰ ਲੱਗਦਾ ਨਹੀਂ ਤੁਹਾਡੇ ਵਰਗੀਆਂ ਸਟੇਟਸ ਨੂੰ ਘੱਟੋ ਘੱਟ ਤੁਹਾਨੂੰ ਇੱਕ ਲੈਟਰ ਲਿਖਣਾ ਚਾਹੀਦਾ ਸਰਕਾਰ ਨੂੰ? ਤੁਹਾਨੂੰ ਸਮੱਸਿਆਵਾਂ ਸੁਣ ਲਈਆਂ ਹੋਣਗੀਆਂ ਉਹਨਾਂ ਦੀਆਂ ਕਿ ਕਿੰਨੇ ਵੱਡੇ ਪੱਧਰ ਤੇ ਸਰਕਾਰ ਕਹਿ ਰਹੀ ਹੈ ਅਸੀਂ ਇਹ ਕਰ ਰਹੇ ਹਾਂ, ਪਰ ਸਾਡੇ ਪੈਸੇ ਬਹੁਤ ਜ਼ਿਆਦਾ ਲੱਗ ਰਹੇ ਨੇ। ਬਹੁਤ ਜ਼ਿਆਦਾ ਲੱਗਣ ਤੋਂ ਬਾਅਦ ਵੀ ਅਸੀਂ ਭੁੱਖੇ ਧਿਆਏ ਆ ਰਹੇ ਹਾਂ। ਘੰਟਿਆਂ ਦੇ ਘੰਟੇ, 36 ਘੰਟੇ 40 ਘੰਟੇ ਕਹਿ ਰਹੇ ਨੇ ਉਹ, 25-22 ਘੰਟੇ ਦੀ ਉਹ ਕਹਿੰਦੇ 20-22 ਘੰਟੇ ਫਲਾਈਟ, ਉਸ ਤੋਂ ਬਾਅਦ 6 ਘੰਟੇ ਉਹ 에ਅਰਪੋਰਟ ਤੇ, 7 ਘੰਟੇ 에ਅਰਪੋਰਟ ਤੇ। ਕੀ ਕਹਿਣਾ ਚਾਹੁੰਦੇ ਹੋ ਆਸ਼ੂ ਜੀ? ਜੀ ਬਿਲਕੁਲ ਸਹੀ ਗੱਲ ਹੈ। ਜਿਹੜਾ ਵੰਦੇ ਮਾਤਰਮ ਮਿਸ਼ਨ ਹੈ ਉਹ ਮਿਸ਼ਨ ਦਾ ਨਾਮ ਦੇ ਦਿੱਤਾ ਗਿਆ, ਪਰ ਉਹਨਾਂ ਨੂੰ ਸਹੂਲੀਅਤ ਨਹੀਂ ਦਿੱਤੀ ਗਈ। ਇਹ ਇਸ਼ੂ ਸੈਂਟਰਲ ਗਵਰਨਮੈਂਟ ਨੂੰ ਪਹੁੰਚਾਇਆ ਵੀ ਗਿਆ ਵੀ ਜਿਹੜੇ ਆਪਣੇ ਭਾਰਤੀ ਇੱਥੇ ਵਾਪਸ ਆਉਣਾ ਚਾਹੁੰਦੇ ਨੇ, ਔਰ ਖਾਸ ਤੌਰ ਤੇ ਪੰਜਾਬੀ, ਅਸੀਂ ਤਾਂ ਪੰਜਾਬੀਆਂ ਦੇ ਵੱਲੋਂ ਦੀ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹੋਏ ਉੱਥੇ ਲਿਖਣਾ ਆ ਵੀ ਇਹਨਾਂ ਨੂੰ ਜ਼ਰੂਰ ਕੁਝ ਸਹੂਲੀਅਤ ਦਿੱਤੀ ਜਾਵੇ। ਪਰ ਇਨੀਸ਼ੀਅਲੀ ਇਸ ਤਰੀਕੇ ਦਾ ਪ੍ਰੈਸ਼ਰ ਸੀ ਵੀ ਕੋਈ ਪੈਸਾ ਲੱਗੇ, ਅਸੀਂ ਵਾਪਸ ਆਉਣਾ ਚਾਹੁੰਦੇ ਹਾਂ, ਇਹਨਾਂ ਨੂੰ ਖੋਲ੍ਹਿਆ ਜਾਵੇ। ਉਹ ਖੋਲ੍ਹ ਦਿੱਤਾ ਤੇ ਸੈਂਟਰ ਗਵਰਨਮੈਂਟ ਨੂੰ ਹੁਣ ਸੋਚਣਾ ਪਏਗਾ ਵੀ ਇਹ ਲਗਾਤਾਰ ਇੰਨੀਆਂ ਮਹਿੰਗੀਆਂ ਟਿਕਟਾਂ ਨਾਲ ਇੰਨੇ ਪੰਜਾਬੀ ਇੱਥੇ ਲਿਆਣੇ ਬਹੁਤ, ਜਾਂ ਭਾਰਤੀ ਜਿਹੜੇ ਬਾਹਰ ਪ੍ਰਵਾਸੀ ਨੇ NRI, ਉਹਨਾਂ ਨੂੰ ਲਿਆਉਣਾ ਬਹੁਤ ਔਖਾ ਹੈ। ਇਹਨਾਂ ਨੂੰ ਰੀਜ਼ਨੇਬਲ ਕਰਨਾ ਪਏਗਾ, ਤੇ ਅੱਗੋਂ ਜਿਹੜੀਆਂ ਸਟੇਟਾਂ ਦੇ ਤੌਰ ਤੇ ਫੈਸਿਲਿਟੀਆਂ ਨੇ ਜੋ ਤੁਸੀਂ ਆਖਿਆ ਹੈ, ਜਦੋਂ ਹੀ ਉਹ 에ਅਰਪੋਰਟ ਤੋਂ ਬਾਹਰ ਨਿਕਲਦੇ ਆ ਉਸ ਤੋਂ ਬਾਅਦ ਸਟੇਟਾਂ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਅਸੀਂ ਪੰਜਾਬੀਆਂ ਨੂੰ ਇਹ ਯਕੀਨ ਦਿਲਵਾਉਂਦੇ ਆ, ਤੁਹਾਡੇ ਚੈਨਲ ਰਾਹੀਂ ਯਕੀਨ ਦਿਲਵਾਉਂਦੇ ਆ ਵੀ ਪੰਜਾਬ ਵਿੱਚ ਆਉਂਦੇ ਹੀ ਉਹਨਾਂ ਨੂੰ ਬਿਲਕੁਲ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਏਗੀ। ਜਿੱਥੋਂ ਤਾਈਂ ਐਡਵਾਈਜ਼ਰੀਜ਼ ਦਾ ਸਬੰਧ ਹੈ, ਅੱਗੇ 14 ਦਿਨਾਂ ਦੀ ਕੁਆਰੰਟਾਈਨ ਸੀਗਾ, ਚਾਹੇ ਇੰਸਟੀਟਿਊਸ਼ਨਲ ਕੁਆਰੰਟਾਈਨ ਸੀਗੀ, ਉਹ ਚਾਹੇ ਗਵਰਨਮੈਂਟ ਦੀ ਲੈਣ ਜਾਂ ਉਹ ਪ੍ਰਾਈਵੇਟ ਲੈਣ, ਉਹਨੂੰ ਵੀ ਰਿਲੈਕਸ ਕਰਕੇ 7 ਦਿਨਾਂ ਦਾ ਕਰ ਦਿੱਤਾ ਗਿਆ। ਜਿਹੜੇ ਸਿਰਫ ਸਿੰਪਟੋਮੈਟਿਕ ਹੋਣਗੇ ਉਹਨਾਂ ਦਾ ਇਲਾਜ ਚੱਲੇਗਾ ਤੇ ਉਹਨਾਂ ਨੂੰ ਆਈਸੋਲੇਸ਼ਨ 'ਚ ਲੈ ਕੇ ਜਾਏਗਾ, ਆਈਸੋਲੇਸ਼ਨ ਫੈਸਿਲਿਟੀ ਦੇ ਵਿੱਚ। ਜਿਹੜੀ ਕੁਆਰੰਟਾਈਨ ਫੈਸਿਲਿਟੀ ਹੈ ਉਹ ਅੱਗੇ ਨਾਲੋਂ ਰਿਲੈਕਸ ਕਰ ਦਿੱਤੀ ਗਈ ਹੈ, ਔਰ ਜਿਹੜੇ ਬਿਮਾਰ ਨੇ, ਕੋਈ ਕਿਸੇ ਵੀ ਤਰੀਕੇ ਦੀ ਬਿਮਾਰੀ ਹੈ, ਉਹਨਾਂ ਨੂੰ ਉਹ ਨਹੀਂ ਰਹਿ ਸਕਦੇ ਇੰਸਟੀਟਿਊਸ਼ਨਲ ਕੁਆਰੰਟਾਈਨ, ਉਹਨਾਂ 'ਚ DCs ਨੂੰ ਐਮਪਾਵਰਡ ਕਰਿਆ ਗਿਆ। ਉਹ ਉਹਨਾਂ ਨੂੰ ਦੇਖਣਗੇ, ਡਾਕਟਰਾਂ ਦੀ ਰਾਏ ਮੁਤਾਬਕ ਉਹਨਾਂ ਨੂੰ ਸਿੱਧਾ ਘਰੇ ਵੀ ਭੇਜ ਦਿੱਤੇ ਜਾਣਗੇ। ਤੇ ਆਉਣ ਵਾਲੇ ਟਾਈਮ 'ਚ ਜੇ ਸਾਰਾ ਕੁਝ ਠੀਕ ਰਿਹਾ ਤੇ ਹੋ ਸਕਦਾ ਇਹਦੇ 'ਚ ਹੋਰ ਰਿਲੈਕਸੇਸ਼ਨਸ ਦੇ ਦਿੱਤੀਆਂ ਜਾਣ। ਪਰ ਅੱਜ ਦੀ ਤਰੀਕ 'ਚ ਸਾਨੂੰ ਇਹ ਵੀ ਦੇਖਣਾ ਪਏਗਾ ਵੀ ਜਿਸ ਤਰੀਕੇ ਦੀ ਇਹ ਮਹਾਮਾਰੀ ਫੈਲੀ ਹੋਈ ਹੈ, ਸਾਨੂੰ
ਪ੍ਰੀਕਾਸ਼ਨਸ ਲੈਣੀਆਂ ਪੈਣਗੀਆਂ। ਅਗਰ ਕੁਝ ਵੀ ਸਾਡੀ ਅਣਗਹਿਲੀ ਕਰਕੇ ਪੰਜਾਬ ਦੇ ਵਿੱਚ ਜਿਹੜਾ ਹੁਣ ਤਾਈਂ ਸੰਭਲਿਆ ਹੋਇਆ ਸੂਬਾ ਹੈ, ਕੁਝ ਇਹ ਬਿਮਾਰੀ ਫੈਲ ਗਈ ਤਾਂ ਉਹਦੀ ਵੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਨੂੰ ਲੈਣੀ ਪਏਗੀ। ਸੋ ਇਸ ਕਰਕੇ ਇਹ ਬਿਮਾਰੀ ਦੇ ਮੱਦੇ-ਨਜ਼ਰ ਥੋੜ੍ਹਾ ਬਹੁਤ ਸਾਰਿਆਂ ਨੂੰ ਸਬਰ ਸੰਤੋਖ, ਕਿਉਂਕਿ ਹਰੇਕ ਦੀ ਸਿਹਤ, ਜਿਵੇਂ ਭੈਣ ਜੀ ਨੇ ਕਿਹਾ ਸੀ ਸਾਨੂੰ ਆਪਣੀ ਸਿਹਤ ਦੀ ਚਿੰਤਾ ਹੈ, ਤੁਹਾਡੇ ਨਾਲ ਨਾਲ ਸਰਕਾਰ ਨੂੰ ਬਾਕੀ ਲੋਕਾਂ ਦੀ ਸਿਹਤਾਂ ਦੀ ਵੀ ਚਿੰਤਾ ਹੈ ਵੀ ਕਿਸੇ ਦੀ ਕੋਈ ਅਣਗਹਿਲੀ ਜਾਂ ਸਰਕਾਰ ਦੀ ਅਣਗਹਿਲੀ ਕਰਕੇ ਕੋਈ ਆਊਟਬ੍ਰੇਕ ਹੋਵੇ ਨਾ। ਇਸ ਕਰਕੇ ਅਸੀਂ ਸਭ ਨੂੰ ਅਪੀਲ ਕਰਾਂਗੇ, ਜਿੱਥੋਂ ਤਾਈਂ ਪੰਜਾਬ ਸਰਕਾਰ ਦਾ ਸੰਬੰਧ ਹੈ ਸਾਡੇ ਨਾਲ ਸਾਥ ਦਿਓ। ਤੁਹਾਡੀਆਂ ਜਿਹੜੀਆਂ ਵਾਜਬ ਡਿਮਾਂਡਸ ਜਿਹੜੀਆਂ ਤੁਸੀਂ ਚੱਕੀਆਂ ਨੇ ਇਹ ਬਕਾਇਦਾ ਤੌਰ ਤੇ ਸੀਐਮ ਵੱਲੋਂ ਸੈਂਟਰ ਗਵਰਨਮੈਂਟ ਨੂੰ ਪਹੁੰਚਾ ਦਿੱਤੀਆਂ ਜਾਣਗੀਆਂ, ਬਕਾਇਦਾ ਤੌਰ ਤੇ ਲੈਟਰ ਲਿਖ ਕੇ ਆਪਣੇ ਵੱਲੋਂ ਸਿਫਾਰਸ਼ੀ ਲੈਟਰ ਲਿਖ ਕੇ ਪਹੁੰਚਾ ਦਿੱਤੀਆਂ ਜਾਣਗੀਆਂ ਵੀ ਇਹਦੇ ਵਿੱਚ ਹੋਰ ਛੋਟਾਂ ਦਿੱਤੀਆਂ ਜਾਣ ਦਾ ਪ੍ਰਬੰਧ ਕੀਤਾ ਜਾਵੇ। ਆਸਟ੍ਰੇਲੀਆ ਤੋਂ ਸਾਡੇ ਨਾਲ ਮਨ ਜੁੜੇ ਹੋਏ ਨੇ। ਮਨ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਜੀ, ਮੈਂ ਟੂਰਿਸਟ ਵੀਜ਼ੇ ਤੇ 13 ਮਾਰਚ ਨੂੰ ਆਸਟ੍ਰੇਲੀਆ ਆਇਆ ਸੀਗਾ ਜੀ ਜੀ, ਐਂਡ ਹੁਣ ਮੇਰਾ 3 ਮਹੀਨੇ ਦਾ ਇੱਥੇ ਸਟੇ ਆ ਜੀ ਜੀ, ਐਂਡ ਨੈਕਸਟ ਮੰਥ ਮੇਰਾ 14 ਤਰੀਕ ਤੋਂ ਪਹਿਲਾਂ ਮੈਂ ਵਾਪਸ ਜਾਣਾ, ਅਦਰਵਾਈਜ਼ ਮੈਨੂੰ ਵੀਜ਼ਾ ਐਕਸਟੈਂਡ ਕਰਾਉਣ ਦਾ ਕੋਈ ਅਰਾਊਂਡ $400 ਤੋਂ $500 ਖਰਚਾ ਆਇਆ। ਐਂਡ ਟਿਕਟਸ ਜੇ ਮੈਂ ਦੇਖਦਾ ਮੋਰ ਦੈਨ $2000 ਵਨ ਵੇ ਟਿਕਟਸ 에ਅਰਲਾਈਨਸ ਦੇ। ਪਹਿਲਾਂ ਮੈਂ ਹਾਈ ਕਮਿਸ਼ਨ ਨੂੰ ਇਨਫੋਰਮ ਕਰਕੇ ਮੈਨੂੰ ਡੇਟ ਦੇਣਗੇ ਤੇ 에ਅਰਲਾਈਨ ਐਟਲੀਸਟ ਮਿਨੀਮਮ ਜਿਹੜੀ ਆ ਇਹ ਟਿਕਟ $2000 ਹੈ। ਐਂਡ ਪਲੱਸ ਜੋ ਮੈਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਉੱਥੇ 에ਅਰਪੋਰਟ ਤੇ ਉਤਰਦਿਆਂ ਹੀ ਸਾਨੂੰ ਕੁਆਰੰਟਾਈਨ ਕਰਨਗੇ ਐਟਲੀਸਟ 14 ਦਿਨ ਦੇ ਲਈ, ਐਂਡ ਉਹ ਪੂਰਾ ਹੋਟਲਸ ਦਾ ਖਰਚਾ ਵੀ ਸਾਡੇ ਕੋਲੋਂ ਲੈਣਗੇ ਸਾਰਾ। ਐਂਡ ਉਹ ਹਰ ਬੰਦਾ ਨਹੀਂ ਅਫੋਰਡ ਕਰ ਸਕਦਾ, ਈਵਨ ਮੈਂ ਵੀ ਅਫੋਰਡ ਨਹੀਂ ਕਰ ਸਕਦਾ। ਅਰਾਊਂਡ ਜ਼ਿਆਦਾ ਤੋਂ ਜ਼ਿਆਦਾ 1 ਲੱਖ ਤੋਂ ਪਲੱਸ ਮੇਰਾ ਵਾਪਸ ਜਾਣ ਦਾ ਇੰਡੀਆ ਦਾ ਖਰਚਾ ਹੀ ਆ। ਸੋ ਮੈਨੂੰ ਬੈਟਰ ਹੈ ਕਿ ਇੱਥੇ ਵੀਜ਼ਾ ਐਕਸਟੈਂਡ ਕਰਨਾ ਜ਼ਿਆਦਾ ਬੈਟਰ ਹੈ, ਪਰ ਮੈਨੂੰ ਇਹ ਪ੍ਰੋਬਲਮ ਹੈ ਕਿ ਇੱਥੇ ਮੈਂ ਵਿਰਲਾ ਬੈਠਾ, ਮੈਂ ਆਪਣੇ ਵਤਨ ਵਾਪਸ ਜਾਣਾ ਚਾਹੁੰਦਾ ਪਰ ਬਹੁਤ ਜ਼ਿਆਦਾ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ। ਬਿਲਕੁਲ, ਧੰਨਵਾਦ ਤੁਹਾਡਾ। ਔਰ ਬਿਲਕੁਲ ਇਹੀ ਇਸੇ ਗੱਲ ਦੇ ਉੱਤੇ ਅਸੀਂ ਚਰਚਾ ਕਰ ਰਹੇ ਹਾਂ। ਸਤੀਸ਼ ਜੀ ਵੀ ਕੁਝ ਕਹਿਣਾ ਚਾਹੁੰਦੇ ਸੀ। ਸਤੀਸ਼ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਕੀ ਸਮੱਸਿਆਵਾਂ ਆਈਆਂ, ਤੁਹਾਨੂੰ ਕੀ ਸਮੱਸਿਆਵਾਂ? ਸਤੀਸ਼ ਜੀ ਮੈਲਬਰਨ ਤੋਂ। ਅਸੀਂ ਤੇ ਇੰਡੀਆ ਆਉਣਾ ਚਾਹੁੰਦੇ ਆ, ਬਸ ਸਮੱਸਿਆ ਸਾਨੂੰ ਇਹ ਵੀ ਨਾਰਮਲ ਟਿਕਟ ਜਿਹੜੀ 700-800 ਰੁਪਏ ਰੇਟ ਸੀਗਾ ਜੀ, ਹੁਣ ਇੱਕਦਮ 1800 500 ਟਿਕਟ ਕਰਤੀ ਉਹਨਾਂ ਨੇ ਜੀ। ਔਰ ਅਸੀਂ ਇੰਡੀਆ ਜਾ ਕੇ ਸਾਨੂੰ 14 ਦਿਨ ਉਹਨੇ ਕੁਆਰੰਟਾਈਨ ਕਰਨਾ ਜੀ ਹੋਟਲ 'ਚ। ਹੋਟਲ ਜਿਹੜਾ ਫਿਰ ਬਹੁਤ ਜ਼ਿਆਦਾ ਜੀ, ਸਿੰਗਲ ਜਿਹੜਾ ਬੈੱਡ ਹੈਗਾ ਉਹ 3800, ਡਬਲ ਹੈ 4800 ਰੁਪਏ ਜੀ। ਹਰ ਕੋਈ ਅਫੋਰਡ ਨਹੀਂ ਕਰ ਸਕਦਾ ਸਰ ਉਹਨੂੰ। ਇਸ ਤੋਂ ਸਾਨੂੰ ਤਾਂ ਇਹ ਰਿਕੁਐਸਟ ਹੈਗੀ ਹੈ ਇੰਡੀਆ ਗਵਰਨਮੈਂਟ ਦੀ ਵੀ ਸਾਨੂੰ ਘਰ 'ਚ ਕੁਆਰੰਟਾਈਨ ਕਰ ਦਿੱਤਾ ਜਾਵੇ ਜੀ। ਆਸ਼ੂ ਜੀ, ਇਹ ਗੱਲ ਬਾਰ-ਬਾਰ ਜਿਹੜੀ ਉਹਨਾਂ ਨੇ ਵੀ ਕਹੀ ਹੈ, ਟਿਕਟ ਵਾਲੀ ਗੱਲ ਆ ਜਿਹੜੀ, ਤੁਹਾਨੂੰ ਲੱਗਦਾ ਨਹੀਂ ਬਹੁਤ ਇਮੀਡੀਏਟਲੀ ਇਹ ਮਸਲਾ ਤੁਹਾਨੂੰ ਸੈਂਟਰ ਗਵਰਨਮੈਂਟ ਨਾਲ, ਕਿਉਂਕਿ ਬਹੁਤ ਵੱਡੇ ਪੱਧਰ ਤੇ ਤੁਹਾਨੂੰ ਤਾਂ ਪਤਾ ਪ੍ਰਵਾਸੀ ਪੰਜਾਬ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕਰਦੇ ਨੇ। ਜਿਵੇਂ ਸਿੱਧੇ ਤੌਰ ਦੇ ਉੱਤੇ ਕਹਾਂ, ਅਗਲੀ ਇਲੈਕਸ਼ਨ ਦੇ ਨਾਲ ਮੈਂ ਇੱਕ ਬ੍ਰੌਡਰ ਕੁਐਸਚਨ ਕਰਾਂ ਕਿ ਕਿਤੇ ਇਲੈਕਸ਼ਨ ਦੇ ਅੰਦਰ ਵੀ ਬਹੁਤ ਸਾਰੀਆਂ ਚੀਜ਼ਾਂ ਮੁੱਦਾ ਬਣਨੀਆਂ ਨੇ, ਤਾਂ ਇਹ ਜਿਹੜਾ ਪ੍ਰਵਾਸੀ ਭਾਈਚਾਰਾ ਬੜਾ ਪਿਆਰ ਕਰਦਾ ਪੰਜਾਬ ਨੂੰ। ਔਰ ਜਿਵੇਂ ਹੁਣ ਸਤੀਸ਼ ਜੀ ਨੇ ਉੱਥੇ PR ਨੇ, ਇੱਥੇ ਵੀ ਆਉਂਦੇ ਨੇ, ਉੱਥੇ PR ਵੀ ਨੇ, ਤੇ ਇਹਨਾਂ ਦਾ ਬਹੁਤ ਗਹਿਰਾ ਰਿਸ਼ਤਾ ਇਸ ਪੰਜਾਬ ਦੇ ਨਾਲ। ਤੁਹਾਨੂੰ ਲੱਗਦਾ ਨਹੀਂ ਬਹੁਤ ਹੀ ਜਲਦੀ ਟੇਕ ਅਪ ਕਰਕੇ? ਔਰ ਕੁਆਰੰਟਾਈਨ ਵਾਲਾ ਮਸਲਾ ਤਾਂ ਤੁਸੀਂ, ਮੈਨੂੰ ਲੱਗਦਾ ਜੇ ਸੀਐਮ ਨਾਲ ਅੱਜ ਹੀ ਗੱਲ ਕਰੋ ਸ਼ਾਇਦ ਕੋਈ ਰਿਲੈਕਸੇਸ਼ਨ ਹੋ ਸਕਦੀ ਹੈ। ਸੁਰੇਸ਼ ਜੀ ਨਾਲ ਗੱਲ ਕਰੋ, ਉਹਨਾਂ ਨਾਲ ਉਸ ਲੈਵਲ ਤੇ ਗੱਲ ਕਰਕੇ ਕੋਈ ਚੀਜ਼, ਕਿਉਂਕਿ ਤੁਸੀਂ ਇਹਨਾਂ ਸਾਰਿਆਂ ਦੀ ਆਵਾਜ਼ ਸੁਣੀ ਹੈ। ਆਸ਼ੂ ਜੀ। ਯਾਦਵਿੰਦਰ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਆ, ਔਰ ਮਾਨ ਸਾਹਿਬ ਨੇ ਇਹ ਇਸ਼ੂ ਚੱਕਿਆ 14 ਦਿਨ ਦਾ ਕੁਆਰੰਟਾਈਨ, ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਅੱਜ ਹੀ ਹੁਣ ਤੋਂ 2 ਘੰਟੇ ਪਹਿਲਾਂ ਇਹ ਆਰਡਰ ਇਸ਼ੂ ਹੋ ਗਏ ਨੇ, ਉਹ ਕੱਟ ਕੇ 7 ਦਿਨ ਦਾ ਕਰ ਦਿੱਤਾ ਗਿਆ ਹੈ। ਜਿੱਥੋਂ ਤੱਕ ਆਉਂਦੇ ਅਸਾਰ ਖਰਚੇ ਦਾ ਸੰਬੰਧ ਹੈ, ਪ੍ਰਬੰਧਾਂ ਦਾ, ਉਹ ਪ੍ਰਬੰਧ ਬਹੁਤ ਵਧੀਆ ਨੇ ਔਰ ਪੂਰੇ ਕੀਤੇ ਗਏ ਨੇ। ਅਗਰ ਕੋਈ ਖਰਚਾ ਹੋਟਲ ਵਗੈਰਾ ਦਾ ਨਹੀਂ ਕਰ ਸਕਦਾ ਤਾਂ ਉਹ ਸਰਕਾਰੀ ਫੈਸਿਲਿਟੀ ਅਵੇਲ ਕਰ ਸਕਦਾ ਆ। ਸਰਕਾਰੀ ਫੈਸਿਲਿਟੀਆਂ ਦੇ ਵਿੱਚ ਵੀ ਪੂਰਾ ਧਿਆਨ ਰੱਖਿਆ ਜਾਂਦਾ ਆ, ਤੇ ਉੱਥੇ ਜੇ ਕੋਈ ਖਰਚਾ ਦੇਣਾ ਚਾਹੁੰਦਾ ਤਾਂ ਉਹ 200-300 ਰੁਪਇਆ ਬੜਾ ਨੋਮੀਨਲ ਜਿਹਾ ਹੈ। ਜੇ ਨਹੀਂ ਦੇਣਾ ਚਾਹੁੰਦਾ ਜਿਹੜਾ ਕੋਈ ਬੰਦਾ, ਜਿਹੜਾ ਨਹੀਂ ਬੰਦਾ ਅਫੋਰਡ ਕਰ ਸਕਦਾ, ਤੇ ਸਰਕਾਰ ਉਹਨੂੰ ਆਪ ਹੀ ਉਹ ਸਾਰਾ ਕੁਝ ਪ੍ਰੋਵਾਈਡ ਕਰਵਾਉਂਦੀ ਹੈ, ਬਾਕੀਆਂ ਦੇ ਬਰਾਬਰ ਰੱਖਿਆ ਜਾਂਦਾ, ਬਿਲਕੁਲ ਥੱਲੇ ਨਹੀਂ ਰੱਖਿਆ ਜਾਂਦਾ। ਇਹ ਮੈਂ ਸਾਰਿਆਂ ਨੂੰ ਤੁਹਾਡੇ ਪਲੇਟਫਾਰਮ ਰਾਹੀਂ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ। ਹਾਂ, ਜਿਹੜੀ ਗੱਲ ਟਿਕਟਾਂ ਦੀ ਮਹਿੰਗਾਈ ਦੀ ਗੱਲ ਹੈ, ਇਹ ਬਿਲਕੁਲ ਇਮੀਡੀਏਟਲੀ ਟੇਕਅਪ ਕੀਤਾ ਜਾਏਗਾ। ਪਹਿਲਾਂ ਟੇਕਅਪ ਕੀਤਾ ਵੀ ਗਿਆ, ਸੈਂਟਰ ਗਵਰਨਮੈਂਟ ਨੂੰ ਕਿਹਾ ਵੀ ਜਾਏਗਾ ਆਪਣੇ ਲੈਵਲ ਤੇ ਵੀ ਇਹਦੇ 'ਚ ਕੋਈ ਨਾ ਕੋਈ ਸਾਧਨ ਕਰਿਆ ਜਾਵੇ, ਇਹਨਾਂ ਨੂੰ ਸਸਤਾ ਕੀਤਾ ਜਾਵੇ, ਤਾਂ ਕਿ ਸਾਡੇ ਪ੍ਰਵਾਸੀ ਲੋਕ, ਸਾਡੇ ਭਾਈਚਾਰਾ ਜਿਹੜਾ ਵਾਪਿਸ ਆਉਣਾ ਚਾਹੁੰਦਾ ਉਹਨੂੰ ਫੈਸਿਲਿਟੀ ਮਿਲ ਸਕੇ, ਉਹ ਸੌਖਿਆਂ ਤੇ ਬਗੈਰ ਕਿਸੇ ਵਜਨ ਤੇ ਫਾਈਨੈਂਸ਼ੀਅਲ ਬਰਡਨ ਦੇ ਇੱਥੇ ਵਾਪਸ ਆ ਸਕੇ। ਸ਼ਿਵਮ, 7 ਦਿਨ ਵਾਲਾ ਮੈਸੇਜ ਤੁਹਾਡੇ ਕੋਲ ਆ ਗਿਆ ਜਿਹੜਾ ਮੰਤਰੀ ਜੀ ਕਹਿ ਰਹੇ ਨੇ, ਤੁਹਾਨੂੰ ਕਿੰਨੇ ਦਿਨ ਹੋ ਗਏ?
7 ਦਿਨ ਵਾਲਾ ਮੈਸੇਜ ਤੁਹਾਡੇ ਕੋਲ ਆ ਨਹੀਂ ਚੁੱਕਿਆ ਜੀ, ਔਰ ਮੈਨੂੰ ਹਾਲੇ ਤੱਕ ਜੀ ਕੋਈ ਮੈਸੇਜ ਨਹੀਂ ਆਇਆ ਵੈਸੇ ਤੇ, ਲੇਕਿਨ ਮੈਂ 22 ਤਰੀਕ ਨੂੰ ਆਇਆ ਜਿੱਦਾਂ ਇੱਧਰ, ਤੇ ਮੈਨੂੰ ਤੇ 3 ਦਿਨ ਹੋ ਚੱਲੇ ਨੇ। ਡਾਕਟਰ ਹੁਣੇ ਰੋਜ਼ ਆਉਂਦੇ ਨੇ ਤੇ ਰੋਜ਼ ਟੈਂਪਰੇਚਰ ਚੈੱਕ ਕਰਦੇ ਨੇ ਤੇ ਦੇਖਦੇ ਜੇ 7 ਦਿਨ ਦਾ ਉਹਨਾਂ ਨੇ ਦੱਸਿਆ ਕਿ ਇਸ਼ੂ ਨੇ ਹੋਇਆ ਨया ਚੀਜ਼, ਤੇ ਇਹ ਤੇ ਸਾਡੇ ਲਈ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਰੇ ਆਪਣੇ ਜਿੰਨੇ ਵੀ ਪਰਿਵਾਰ ਹਨ ਸਾਰੇ ਆਪਣੇ ਘਰਾਂ ਵੱਲ ਜਾਣਾ ਚਾਹੁੰਦੇ ਨੇ, ਕਿਉਂਕਿ ਆਪਣੇ ਘਰ ਜਿੰਨੀ ਸੇਫਟੀ ਹੋਰ ਕਿਤੇ ਨਹੀਂ ਹੋ ਸਕਦੀ। ਸਫਾਈ, ਬਰਤਨ, ਘਰ-ਬਾਰ ਦੀ ਸਫਾਈ ਉਹ ਜਿੰਨੀ ਘਰ 'ਚ ਹੁੰਦੀ ਹੈ ਹੋਰ ਕਿਤੇ ਨਹੀਂ ਹੋ ਸਕਦੀ। ਤੁਹਾਨੂੰ ਤੇ ਅੱਜ 7 ਦਿਨ ਦਾ ਹੋ ਜਾਣਾ ਚਾਹੀਦਾ ਜੇ ਹੋਇਆ ਇਸ਼ੂ। ਬਿਲਕੁਲ ਸਾਡੇ ਨਾਲ ਆਸਟ੍ਰੇਲੀਆ ਤੋਂ ਜੁੜੇ ਹੋਏ ਨੇ ਅਰਵਿੰਦਰ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਰਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਆ ਗਿਆ ਸੀ ਤੁਹਾਡੇ ਕੋਲੇ, ਅਸੀਂ ਕਾਲਰ ਹੋਰ ਲੈ ਲਈਏ। ਅਰਵਿੰਦਰ ਕੌਰ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਰ, ਜੀ ਜੀ ਜਿਸ ਤਰ੍ਹਾਂ ਮਤਲਬ ਦੇਖੋ ਸਾਨੂੰ ਆਇਆ ਹੋਇਆ ਨੂੰ ਇੱਥੇ 14 ਮਾਰਚ ਨੂੰ ਅਸੀਂ ਇੱਥੇ ਆਏ ਹੋਏ ਸੀ ਆਸਟ੍ਰੇਲੀਆ, ਤੇ ਉਹੀ ਪ੍ਰੋਬਲਮ ਮੇਨ ਪ੍ਰੋਬਲਮ ਸਾਨੂੰ ਇਹ ਆ ਰਹੀ ਕਿ ਸਾਡਾ ਵੀਜ਼ਾ ਹੁਣ ਖਤਮ ਹੋਣ ਵਾਲਾ ਸੀ, 3 ਮਹੀਨੇ ਤੱਕ ਸਟੇ ਕਰ ਸਕਦੇ ਸੀਗੇ। ਹੁਣ ਸਾਨੂੰ ਵੀਜ਼ਾ ਵਧਾਉਣ ਵਾਸਤੇ ਸਰ ਐਕਸਟੈਂਡ ਕਰਾਉਣ ਵਾਸਤੇ $300 ਮਤਲਬ ਡਾਲਰ ਦਾ ਸਾਨੂੰ ਖਰਚਾ ਆ ਰਿਹਾ ਪਲੱਸ ਮੈਡੀਕਲ, ਤੇ ਉਹਦੇ ਵਾਸਤੇ ਸਰ ਜੇ ਜਿਹੜਾ ਮਤਲਬ ਕਿ ਮੈਂਬਰ ਹੈਗੇ ਆ ਫੈਮਿਲੀ ਦੇ, ਤੇ ਜੇ ਅਸੀਂ ਟਿਕਟ ਵੀ ਕਰਵਾਉਣੇ ਸਰ 1.5 ਲੱਖ ਤੱਕ, ਮਤਲਬ 4-5 ਲੱਖ ਸਾਨੂੰ ਮਤਲਬ ਟਿਕਟ ਫਸਟ ਹੀ ਚਾਹੀਦਾ। ਤੇ ਬਾਕੀ ਸਰ ਉੱਥੇ ਜਿਹੜਾ ਕੁਆਰੰਟਾਈਨ ਪਲੱਸ ਕਰਵਾਉਣਾ ਜਾਂ ਹੋਟਲਸ ਵਗੈਰਾ ਦੇ ਵਿੱਚ ਹੈ, ਤੇ ਉਹਦੇ ਵਿੱਚ ਵੀ ਜਿਹੜਾ ਖਰਚਾ ਆਉਣਾ ਸਰ ਅਸੀਂ ਅਫੋਰਡ ਕਰਨਾ ਸਾਨੂੰ ਮਤਲਬ ਔਖਾ ਲੱਗ ਰਿਹਾ ਬਹੁਤ ਜ਼ਿਆਦਾ। ਤੇ ਮਤਲਬ ਇਹ ਗਵਰਨਮੈਂਟ ਨੂੰ ਗਵਰਨਮੈਂਟ ਨੂੰ ਇਹ ਰਿਕੁਐਸਟ ਹੈਗੀ ਹੈ, ਬੇਨਤੀ ਹੈ ਕਿ ਮਤਲਬ ਸਾਨੂੰ ਘਰਾਂ ਦੇ ਵਿੱਚ ਹੀ ਮਤਲਬ ਕੁਆਰੰਟਾਈਨ ਨਾਲ। ਤੁਸੀਂ ਟੂਰਿਸਟ ਵੀਜ਼ੇ ਤੇ ਗਏ ਹੋਏ ਸੀ ਅਰਵਿੰਦਰ ਜੀ? ਟੂਰਿਸਟ ਵੀਜ਼ੇ ਤੇ ਗਏ ਸੀ ਤੁਸੀਂ? ਨਹੀਂ ਸਰ, ਵਿਜ਼ਿਟਰ ਵੀਜ਼ਾ ਸੀ। ਅਸੀਂ ਤਾਂ ਮਤਲਬ ਸਰ 15 ਦਿਨ ਵਾਸਤੇ ਆਏ ਹੋਏ ਸੀ, ਲੇਕਿਨ ਸਾਡਾ ਹੁਣ ਵੀਜ਼ਾ ਖਤਮ ਹੋਣ ਵਾਲਾ ਸੀ। 3 ਮਹੀਨੇ ਤੋਂ ਬਾਅਦ ਇੱਥੇ ਰਹਿ ਨਹੀਂ ਸਕਦੇ ਹੋ। ਐਕਸਟੈਂਡ ਕਰਵਾਉਣ ਵਾਸਤੇ ਸਰ ਸਾਨੂੰ ਮਤਲਬ $400-500 ਪੇ ਹੋਰ ਕਰਨੇ ਪੈਣਗੇ। ਤਾਂ ਆਸ਼ੂ ਜੀ ਬਿਲਕੁਲ, ਅਰਵਿੰਦਰ ਜੀ ਧੰਨਵਾਦ ਤੁਹਾਡਾ। ਆਸ਼ੂ ਜੀ ਜਿਹੜੀ ਗੱਲ ਹੈ ਵਾਰ-ਵਾਰ ਜਿਹੜਾ ਵਿੱਚ ਸਵਾਲ ਮੈਂ ਪਹਿਲਾਂ ਵੀ ਕੀਤਾ ਸੀ ਉਹ ਰਹਿ ਗਿਆ ਕਿ ਪ੍ਰਵਾਸੀ ਭਾਈਚਾਰਾ ਬੜਾ ਹੀ ਪੰਜਾਬ ਨਾਲ ਜੁੜਿਆ ਹੋਇਆ, ਪੋਲੀਟੀਕਲੀ ਵੀ, ਸੋਸ਼ਲੀ ਵੀ, ਇਕਨੋਮਿਕਲੀ ਵੀ, ਕਲਚਰਲੀ ਵੀ। ਇਹ ਜਿਹੜਾ ਟੇਕ ਅਪ ਕਰਨ ਵਾਲਾ ਇਸ਼ੂ ਹੈਗਾ ਦੇਖੋ ਬਹੁਤ ਵੱਡਾ, ਮੈਂ ਕਹਿੰਦਾ ਕਿ ਪੂਰੇ ਦੇਸ਼ ਚੋਂ ਸਭ ਤੋਂ ਜ਼ਿਆਦਾ ਪ੍ਰਵਾਸੀ ਅਗਰ ਕਿਸੇ ਥਾਂ ਤੇ ਨੇ, ਪੰਜਾਬ ਇੱਕ ਥਾਂ ਉਹਨਾਂ ਚੋਂ। ਤੇ ਭਾਰਤ ਸਰਕਾਰ ਨਾਲ ਜਿਹੜਾ ਇਹ ਸਾਰਿਆਂ ਦਾ ਤੁਸੀਂ ਦੇਖੋ ਸਾਰਿਆਂ ਦਾ ਇੱਕੋ ਦਰਦ ਹੈ ਕਿ ਜਿਹੜੀ ਚੀਜ਼ ਦੇ ਉੱਤੇ ਲੱਖ ਰੁਪਇਆ ਖਰਚ ਹੁੰਦਾ ਸੀ ਉਹਦੇ 5 ਲੱਖ ਖਰਚ ਹੋ ਰਿਹਾ ਹੈਗਾ। ਆਸ਼ੂ ਜੀ ਜੀ ਬਿਲਕੁਲ ਯਾਦਵਿੰਦਰ ਜੀ, ਮੈਂ ਤੁਹਾਨੂੰ ਪਹਿਲਾਂ ਕਿਹਾ ਜਿਹੜਾ ਇਹ ਟਿਕਟ ਵਾਲਾ ਇਸ਼ੂ ਹੈ ਇਹ ਬਕਾਇਦਾ ਤੌਰ ਤੇ ਟੇਕਅਪ ਕੀਤਾ ਜਾਏਗਾ ਔਰ ਪ੍ਰੈਸ਼ਰਾਈਜ਼ ਵੀ ਕੀਤਾ ਜਾਏਗਾ ਵੀ ਲੋਕਾਂ ਨੂੰ ਉਹਨਾਂ ਨੂੰ ਸਹੂਲੀਅਤ ਦਿੱਤੀ ਜਾਵੇ, ਆਰਾਮ ਨਾਲ ਉਹ ਬਗੈਰ ਕਿਸੇ ਫਾਈਨੈਂਸ਼ੀਅਲ ਬਰਡਨ ਤੇ ਵਾਪਸ ਆ ਸਕਣ। ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ। ਪਰ ਜਿੱਥੋਂ ਤੱਕ ਛੋਟੇ ਵੀਰ ਨੇ ਸ਼ਿਵਮ ਨੇ ਕਿਹਾ ਵੀ ਦੇਖਦੇ ਆ ਜਿਹੜਾ ਨਵਾਂ ਆਰਡਰ ਆਇਆ ਹੈ, ਤਾਂ ਯਾਦਵਿੰਦਰ ਜੀ ਤੁਹਾਡੇ ਹੀ ਚੈਨਲ ਤੇ ਥੱਲੇ ਪੱਟੀ ਚਲਦੀ ਪਈ ਹੈ, ਉਹਦੇ ਤੇ ਬਕਾਇਦਾ ਇਹ ਲਿਖਿਆ ਆ ਗਿਆ ਵੀ ਇਹਦੇ 'ਚ ਰਿਲੈਕਸ ਕੀਤਾ ਜਾ ਚੁੱਕਾ ਹੈ। ਇਹ 14 ਦਿਨ ਦੀ ਜਗ੍ਹਾ 7 ਦਿਨ ਕਰ ਦਿੱਤੇ ਗਏ ਆ। ਤੁਸੀਂ ਧਿਆਨ ਨਾਲ ਥੱਲੇ ਪੜੋਗੇ ਤੁਸੀਂ ਵੀ ਦੇਖ ਲਓਗੇ, ਤੇ ਮੇਰਾ ਛੋਟਾ ਵੀਰ ਜੇ ਦੇਖਦਾ ਹੋਵੇ ਇਸ ਚੈਨਲ ਨੂੰ ਤੇ ਉਹਨੂੰ ਵੀ ਪਤਾ ਵਧੀਆ ਗੱਲ ਹੈ ਸਰ, ਵਧੀਆ ਗੱਲ ਹੈ। ਚੰਗੇ ਫੈਸਲੇ ਦਾ ਸਵਾਗਤ ਕਰਦੇ ਹਾਂ ਅਸੀਂ। ਨਿਊਜ਼ 18 ਹਮੇਸ਼ਾ ਸਰਕਾਰ ਦੇ ਚੰਗੇ ਫੈਸਲਿਆਂ ਦਾ ਸਵਾਗਤ ਕਰਦਾ ਹੈ। ਤੇ ਜਿਹੜਾ ਤੁਸੀਂ ਦੂਸਰਾ ਗੱਲ ਕਹੀ ਹੈ ਜਿਹੜੀ ਟੇਕਅਪ ਕਰੀ ਹੈ ਇਹਨਾਂ ਦੀ ਗੱਲ, ਜਿਹੜਾ ਮਹਿੰਗਾਈ ਕਰਕੇ ਬਾਹਰੋਂ ਫਲਾਈਟਸ ਦੇ ਵਿੱਚ ਜਿਹੜੀ ਟਿਕਟ ਵੱਧ ਲੱਗਦੀ ਹੈ, ਇਹ ਮੈਂ ਤੁਹਾਨੂੰ ਐਸ਼ੋਰ ਕਰਦਾ ਸਾਡੇ ਸੀਐਮ ਸਾਹਿਬ ਵੱਲੋਂ ਉੱਥੇ ਐਵੀਏਸ਼ਨ ਮਿਨਿਸਟਰੀ ਨੂੰ ਵੀ ਔਰ ਪੀਐਮ ਮੋਦੀ ਸਾਹਿਬ ਨੂੰ ਵੀ ਇਹ ਲਿਖਿਆ ਜਾਏਗਾ ਵੀ ਇਹ ਜਿਹੜਾ ਵੰਦੇ ਮਾਤਰਮ ਮਿਸ਼ਨ ਦੇ ਤਹਿਤ ਐਨਆਰਆਈਜ਼ ਨੂੰ ਲਿਆਂਦਾ ਜਾ ਰਿਹਾ, ਇਹਦੇ 'ਚ ਖਰਚੇ ਬਹੁਤ ਵੱਧ ਪੈ ਰਹੇ ਨੇ। ਇਹ ਫਲਾਈਟਸ ਵੀ ਵਧਾਈਆਂ ਜਾਣ ਤੇ ਇਹਦੇ ਜਿਹੜੇ ਖਰਚੇ ਆ ਉਹ ਵੀ ਰੀਜ਼ਨੇਬਲ ਕੀਤੇ ਜਾਣ। ਇਹ ਬਕਾਇਦਾ ਤੌਰ ਤੇ ਲਿਖਿਆ ਜਾਏਗਾ, ਮੈਂ ਤੁਹਾਨੂੰ ਐਸ਼ੋਰ ਕਰਦਾ। ਆਸ਼ੂ ਜੀ ਤੇ ਸਰਕਾਰਾਂ ਨਾਲ ਇਨ ਟੱਚ ਵੀ ਰਹੇ ਨੇ, ਉਹ ਲਗਾਤਾਰ ਤੁਹਾਡੀ ਗੱਲਬਾਤ ਵੀ ਹੁੰਦੀ ਹੋਊ ਤੁਹਾਡੇ ਮਹਿਕਮੇ ਨਾਲ ਵੀ, ਹੋਰਾਂ ਨਾਲ ਵੀ, ਮੰਤਰੀਆਂ ਨਾਲ। ਇਹ ਜਿਹੜੀਆਂ ਜਨਰਲ ਫਲਾਈਟਾਂ ਖੁੱਲ੍ਹਣ ਦਾ ਵੀ ਜੇ ਮੈਂ ਐਜ਼ ਏ ਮੰਤਰੀ ਤੁਹਾਡੇ ਤੋਂ ਪੁੱਛਾਂ ਕੋਈ ਇਸ ਤਰ੍ਹਾਂ ਦੀ ਚਰਚਾ ਸਰਕਾਰ ਚੱਲ ਰਹੀ ਹੈਗੀ ਕਿ ਜਨਰਲ ਫਲਾਈਟਾਂ ਜੇ ਹੋ ਜਾਂਦੀਆਂ ਨੇ ਤੇ ਫਿਰ ਇਹ ਸਮੱਸਿਆ ਰਹੇਗੀ ਨਹੀਂ ਸ਼ਾਇਦ? ਹਰ ਚੀਜ਼ ਸਟੈਪ ਵਾਈਜ਼ ਸ਼ੁਰੂ ਹੁੰਦੀ ਜਾ ਰਹੀ ਹੈ। ਤੁਸੀਂ ਦੇਖਿਆ ਹੋਵੇਗਾ ਕਿਸ ਤਰੀਕੇ ਸਾਰਾ ਕੁਝ ਓਪਨ ਕੀਤਾ ਗਿਆ, ਬੜੇ ਤਰੀਕੇ ਨਾਲ ਕੀਤਾ ਗਿਆ ਤਾਂ ਕਿ ਕੋਈ ਇਹ ਮਹਾਮਾਰੀ ਅੱਗੇ ਫੈਲੇ ਨਾ। ਇਸ ਚੀਜ਼ ਦਾ ਧਿਆਨ ਵੀ ਰੱਖਿਆ ਗਿਆ ਤੇ ਨਾਲ ਦੀ ਨਾਲ ਇਹ ਵੀ ਚੀਜ਼ ਦਾ ਧਿਆਨ ਰੱਖਿਆ ਗਿਆ ਵੀ ਜਿਵੇਂ ਜਿਵੇਂ ਲੋਕਾਂ ਨੂੰ ਸਹੂਲੀਅਤ ਦਿੱਤੀ ਜਾਣੀ ਹੈ ਉਹ ਸਟੈਪ ਵਾਈਜ਼ ਕਿਵੇਂ ਖੋਲ੍ਹਣੀ ਹੈ, ਤੇ ਉਸੇ ਤਰੀਕੇ ਫਲਾਈਟਸ ਸ਼ੁਰੂ ਕੀਤੀਆਂ ਗਈਆਂ, ਡੋਮੈਸਟਿਕ ਫਲਾਈਟਸ ਸ਼ੁਰੂ ਕੀਤੀਆਂ ਗਈਆਂ। ਪਹਿਲਾਂ ਰਿਸਟ੍ਰਿਕਟਡ ਸੀਗੀਆਂ, ਹੁਣ ਥੋੜ੍ਹੀਆਂ ਵੱਧਦੀਆਂ ਜਾ ਰਹੀਆਂ। ਟ੍ਰੇਨ ਸੇਵਾਵਾਂ ਬਹਾਲ ਕੀਤੀਆਂ ਗਈਆਂ, ਪਹਿਲਾਂ ਸਿਰਫ ਸ਼੍ਰਮਿਕ ਟ੍ਰੇਨਸ ਕੀਤੀਆਂ ਗਈਆਂ, ਹੁਣ ਦੂਸਰੀਆਂ ਟ੍ਰੇਨਾਂ ਵੀ ਹੌਲੀ ਹੌਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹੌਲੀ ਹੌਲੀ ਸਾਰਾ ਕੁਝ ਪਟੜੀ ਤੇ ਦੁਬਾਰਾ ਸਿਸਟਮ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ 'ਚ ਸਾਰੇ ਲੋਕਾਂ ਨੂੰ ਆਪਾਂ ਨੂੰ ਰਲ ਮਿਲ ਕੇ ਇਸ
ਸਿਚੁਏਸ਼ਨ ਦਾ ਸਾਹਮਣਾ ਕਰਨਾ ਪਏਗਾ। ਜਿਵੇਂ ਤੁਸੀਂ ਵੀ ਅਪੀਲ ਕਰਦੇ ਰਹੇ ਹੋ ਸ਼ੁਰੂਆਤੀ ਦੌਰ ਦੇ ਵਿੱਚ ਸਾਰੇ ਲੋਕਾਂ ਨੂੰ, ਹੁਣ ਵੀ ਸਾਨੂੰ ਥੋੜਾ ਜਿਹਾ ਸੰਯਮ ਤੇ ਸਬਰ ਤੇ ਸੰਤੋਖ ਰੱਖਣ ਦੀ ਲੋੜ ਹੈ। ਆਹ ਜ਼ਰੂਰੀ ਚੀਜ਼ਾਂ ਹੈ, ਜਿਵੇਂ ਟਿਕਟ ਮਹਿੰਗੀ ਹੈ ਜਾਂ ਲੋਕਾਂ ਨੂੰ ਸਹੂਲੀਅਤ ਨਹੀਂ ਮਿਲ ਰਹੀ, ਇਹ ਬਿਲਕੁਲ ਗਵਰਨਮੈਂਟ ਦੇ ਨਜ਼ਰੀ ਆਉਂਦੀ ਹੈ। ਅਸੀਂ ਸੈਂਟਰ ਗਵਰਨਮੈਂਟ ਨਾਲ ਵੀ ਟੇਕਅਪ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਸਾਡੇ ਕਿਸੇ ਵੀ NRI ਭਰਾ ਨੂੰ ਕੋਈ ਮੁਸ਼ਕਿਲ ਨਾ ਆਵੇ। ਬਿਲਕੁਲ ਸਤੀਸ਼ ਜੀ, ਕੋਈ ਅਗਲੀਆਂ ਉੱਥੇ ਫਲਾਈਟਾਂ ਨੇ ਜਿਹੜੀਆਂ ਤੁਹਾਡੀਆਂ, ਜਿਹੜਾ ਤੁਸੀਂ ਕਹਿ ਰਹੇ ਹੋ ਸਮੱਸਿਆ ਇਹ ਆ ਰਹੀ ਹੈ, ਆਉਣ ਵਾਲੇ ਸਮੇਂ 'ਚ ਫਲਾਈਟਾਂ ਵੱਧ ਰਹੀਆਂ ਨੇ, ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ? ਤੁਸੀਂ ਮੈਲਬਰਨ 'ਚ ਬੈਠੇ ਹੋ ਇਸ ਟਾਈਮ ਸਤੀਸ਼ ਜੀ। ਸਤੀਸ਼ ਜੀ, ਮੇਰੀ ਜੇ ਆਵਾਜ਼ ਆ ਰਹੀ ਹੈ, ਕੋਈ ਤੁਹਾਡੇ ਕੋਲ ਇਸ ਤਰ੍ਹਾਂ ਦੀ ਗੱਲ ਕੋਈ ਸੂਚਨਾ ਹੈ ਉੱਥੋਂ ਦੀ ਸਰਕਾਰ ਵੱਲੋਂ? ਕੋਈ ਤੁਹਾਡੇ ਕੋਲ ਸੂਚਨਾ ਹੋਵੇ ਕਿ ਆਉਣ ਵਾਲੇ ਦਿਨਾਂ 'ਚ ਫਲਾਈਟਾਂ ਵੱਧ ਰਹੀਆਂ ਨੇ ਤਾਂ ਕਿ ਇਹ ਸਮੱਸਿਆ ਖਤਮ ਹੋ ਜੇ, ਖਰਚੇ ਘਟ ਰਹੇ ਨੇ, ਕੋਈ ਇਸ ਤਰ੍ਹਾਂ ਦੀ ਗੱਲ ਆਈ ਹੈ? ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਜੀ ਵੀ ਫਲਾਈਟਾਂ ਵੱਧ ਰਹੀਆਂ ਅੱਗੇ ਜੀ। ਅਸੀਂ ਤਾਂ ਬੜੇ ਪਰੇਸ਼ਾਨ ਹੈਗੇ, ਜਾਣਾ ਚਾਹੁੰਦੇ ਅਸੀਂ ਇੰਡੀਆ 'ਚ, ਜਾਣ ਸਕਦੇ ਪਏ। ਖਰਚੇ ਵਾਲੀ ਗੱਲ ਕੋਈ ਇਸ ਤਰ੍ਹਾਂ ਦਾ ਇੰਟੀਮੇਸ਼ਨ ਨਹੀਂ ਹੈ ਕਿ ਖਰਚਾ ਘੱਟ ਹੋਊ ਪਹਿਲਾਂ ਨਾਲੋਂ, ਉਨਾ ਹੀ ਖਰਚਾ ਹੈ ਜਾਂ ਤੋਂ ਜ਼ਿਆਦਾ, ਜਾਂ ਕੋਈ ਘੱਟ ਦਾ ਵੀ ਕੋਈ ਸੰਕੇਤ ਮਿਲਿਆ? ਆਵਾਜ਼ ਸ਼ਾਇਦ ਸਾਡੇ ਨਾਲ ਗੁਰਬਾਜ ਜੁੜ ਚੁੱਕੇ ਨੇ ਆਸਟ੍ਰੇਲੀਆ ਤੋਂ ਹੀ, ਮੈਲਬਰਨ ਤੋਂ। ਗੁਰਬਾਜ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਰ, ਸਾਡੀ ਸਰਕਾਰ ਨੂੰ ਇਹ ਅਪੀਲ ਹੈ ਜੀ ਕਿ ਸਾਨੂੰ ਇੱਕ ਤੇ ਟਿਕਟਾਂ ਥੋੜੀਆਂ ਘੱਟ ਰੇਟ ਤੇ ਦਿੱਤੀਆਂ ਜਾਣ ਤੇ ਕੁਝ ਕੁਆਰੰਟਾਈਨ ਦਾ ਜਿਹੜਾ ਟਾਈਮ ਹੈ ਜੀ ਉਹ ਸਾਨੂੰ ਘੱਟ ਮਤਲਬ ਘਟਾ ਦਿੱਤਾ ਗਿਆ, 7 ਦਿਨ ਕਰ ਦਿੱਤਾ ਗਿਆ। ਕੁਆਰੰਟਾਈਨ ਦਾ ਟਾਈਮ 14 ਦਿਨ ਤੋਂ 7 ਦਿਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ। ਟਿਕਟਾਂ ਦਾ ਮਸਲਾ ਤੁਹਾਨੂੰ ਵੱਡਾ ਲੱਗਦਾ ਕਿ ਟਿਕਟਾਂ ਦਾ ਰੇਟ ਘਟਾ ਦਿੱਤਾ ਜਾਵੇ ਤਾਂ ਸੌਖਾ ਹੋ ਜੇ ਕੰਮ? ਹਾਂਜੀ ਸਰ। ਤੇ ਟਿਕਟਾਂ ਵਾਲਾ ਮਸਲਾ ਮੰਤਰੀ ਵੀ ਕਹਿ ਰਹੇ ਨੇ ਕਿ ਅਸੀਂ ਵਾਰ-ਵਾਰ ਉਠਾਵਾਂਗੇ। ਮੈਂ ਸ਼ਿਵਮ ਤੋਂ ਪੁੱਛਣਾ ਚਾਹੁੰਦਾ, ਸ਼ਿਵਮ, ਟੋਟਲ ਖਰਚਾ ਜੇ ਮੈਂ ਤੁਹਾਡੇ ਤੋਂ ਪੁੱਛਾਂ, ਤੁਹਾਡਾ ਟੋਟਲ ਖਰਚਾ ਕਿੰਨਾ ਹੋ ਗਿਆ ਉੱਥੋਂ ਚੱਲਣ ਤੋਂ ਲੈ ਕੇ ਹੁਣ ਤੱਕ, ਜਾਂ ਘਰ ਪਹੁੰਚਣ ਤੱਕ? ਜੇ ਮੈਂ ਕਹਿੰਦਾ ਹੋਰ ਵੀ ਉਹਦੇ 'ਚ ਤੁਸੀਂ ਐਡ ਕਰ ਲਓ, ਟੋਟਲ ਖਰਚਾ ਤੁਹਾਡਾ ਕਿੰਨਾ ਹੋ ਗਿਆ? ਔਰ ਪਹਿਲਾਂ ਕਿੰਨਾ ਹੁੰਦਾ ਸੀ? ਆਮ ਫਲਾਈਟ ਦਾ ਕਿੰਨਾ ਹੁੰਦਾ, ਹੁਣ ਕਿੰਨਾ ਹੋ ਗਿਆ? शिवम, आवाज आ रही है मेरी? अगर मेरी साडी आवाज आ रही है सर, साडी आवाज नहीं आ रही सर जी, आवाज नहीं आ रही, फिर तो बोलिए। शिवम, ਅਸੀਂ ਇਹ ਪੁੱਛ ਰਹੇ ਸੀ ਕਿ ਤੁਹਾਡਾ ਪਹਿਲਾਂ ਜੇ ਤੁਸੀਂ ਆਮ ਦਿਨਾਂ ਚਾਹੁੰਦੇ ਕਿੰਨਾ ਖਰਚਾ ਹੁੰਦਾ, ਹੁਣ ਕਿੰਨਾ ਜ਼ਿਆਦਾ ਹੋ ਗਿਆ ਘਰ ਤੱਕ ਪਹੁੰਚਣ ਤੱਕ? ਆਵਾਜ਼ ਕੱਟ ਗਈ ਜੀ। ਤਾਂ ਸ਼ਿਵਮ ਤੱਕ ਸਾਡੀ ਆਵਾਜ਼ ਨਹੀਂ ਜਾ ਰਹੀ ਤੇ ਸਾਰੀ ਜੀ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਹੈ। ਮੈਂ ਲਾਸਟ ਕਮੈਂਟ ਆਸ਼ੂ ਜੀ ਤੋਂ ਲਵਾਂਗਾ, ਉਸ ਤੋਂ ਬਾਅਦ ਅਸੀਂ ਡਿਬੇਟ ਨੂੰ ਕਲੋਜ਼ ਕਰਦੇ ਹਾਂ। ਆਸ਼ੂ ਜੀ, ਇਹ ਭਰੋਸਾ ਜਿਹੜਾ ਤੁਸੀਂ ਦਿਵਾ ਰਹੇ ਹੋ, ਜੇ ਅਸੀਂ ਪੁੱਛੀਏ ਕਿ ਕਦੋਂ ਤੱਕ ਇਹ ਗੱਲ ਪ੍ਰੋਪਰਲੀ ਸਰਕਾਰ ਕੋਲੇ, ਤੁਹਾਨੂੰ ਲੱਗਦਾ ਨਹੀਂ ਜਲਦੀ ਇੰਟੀਮੇਟ ਕਰਨ ਦੀ ਲੋੜ ਆ? ਅੱਜ ਹੀ ਤੁਸੀਂ ਗੱਲ ਕਰੋ, ਸਵੇਰ ਤੱਕ ਘੱਟੋ ਘੱਟ ਭਾਰਤ ਸਰਕਾਰ ਨੂੰ ਇੰਟੀਮੇਟ ਕੀਤਾ ਜਾਵੇ ਕਿ ਇਹ ਸਮੱਸਿਆ ਬਹੁਤ ਵੱਡੇ ਪੱਧਰ ਤੇ ਸਾਨੂੰ ਸੁਣਨ ਨੂੰ ਮਿਲ ਰਹੀ ਹੈ। ਆਸ਼ੂ ਜੀ। ਯਾਦਵਿੰਦਰ ਜੀ, ਬਕਾਇਦਾ ਤੌਰ ਤੇ ਗਵਰਨਮੈਂਟ ਆਫ ਇੰਡੀਆ ਨਾਲ ਟੇਕਅਪ ਕੀਤਾ ਜਾਏਗਾ। ਇਹ ਹੋ ਸਕਦਾ ਹੈ ਰਾਤ ਨੂੰ ਹੀ ਟੇਕਅਪ ਕੀਤਾ ਜਾਵੇ। ਡਿਸੀਜਨ ਲੈਣਾ ਸੈਂਟਰ ਗਵਰਨਮੈਂਟ ਦੇ ਉੱਪਰ ਹੈ, ਉਹਨਾਂ ਦੀ ਐਵੀਏਸ਼ਨ ਮਿਨਿਸਟਰੀ ਦੇ ਉੱਪਰ ਹੈ ਜਾਂ ਪ੍ਰਧਾਨ ਮੰਤਰੀ ਦੇ ਉੱਪਰ ਹੈ। ਮੈਂ ਤੁਹਾਨੂੰ ਯਕੀਨ ਦਿਲਵਾਨਾ, ਪੰਜਾਬ ਸਰਕਾਰ ਵੱਲੋਂ ਇਹਨਾਂ ਦੀ ਸਹੂਲੀਅਤ 'ਚ ਕੋਈ ਕਮੀ ਨਹੀਂ ਛੱਡੀ ਜਾਏਗੀ। 에ਅਰਪੋਰਟ ਤੋਂ ਲੈ ਕੇ ਇਹਨਾਂ ਨੂੰ ਘਰ ਪਹੁੰਚਾਉਣ ਤੱਕ ਸਾਡੀ ਕੋਸ਼ਿਸ਼ ਰਹੇਗੀ ਵੀ ਇਹਨਾਂ ਨੂੰ ਬਿਲਕੁਲ ਇਸ ਤਰੀਕੇ ਟਰੀਟ ਕੀਤੇ ਵੀ ਇਹਨਾਂ ਨੂੰ ਐਂ ਲੱਗੇ ਵੀ ਸਰਕਾਰ ਨੇ ਸਾਨੂੰ ਘਰਾਂ 'ਚ ਹੀ ਰੱਖਿਆ। ਅਸੀਂ ਇਹਨਾਂ ਨੂੰ ਯਕੀਨ ਦਿਲਵਾਉਂਦੇ ਹਾਂ, ਬਿਲਕੁਲ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ। ਜਿੱਥੋਂ ਤਾਈਂ ਖਰਚਿਆਂ ਦਾ ਸੰਬੰਧ ਹੈ, ਉਹ ਆਪਸ਼ਨ ਦਿੱਤੀ ਗਈ ਹੈ। ਕਈ ਬੰਦੇ ਨਹੀਂ ਸਰਕਾਰੀ ਸੇਵਾਵਾਂ, ਸਰਕਾਰੀ ਸਹੂਲਤਾਂ ਆਪਟ ਕਰਨੀਆਂ ਚਾਹੁੰਦੇ, ਉਹਨਾਂ ਨੂੰ ਕਿਹਾ ਗਿਆ ਵੀ ਜੇ ਤੁਸੀਂ ਹੋਟਲ 'ਚ ਠਹਿਰਨਾ ਤਾਂ ਭਾਈ ਉੱਥੇ ਠਹਿਰ ਜਾਓ, ਪਰ ਜਿਹੜਾ ਕੁਆਰੰਟਾਈਨ ਪੀਰੀਅਡ ਹੈ ਉਹ ਸਰਕਾਰ ਦੀ ਮਦਦ ਕਰੋ, ਨਾਲ ਬੜਾ ਸਹਿਜ ਹੋ ਕੇ ਉੱਥੇ ਕੱਟ ਕੇ ਆਪਣੇ ਘਰਾਂ ਨੂੰ ਜਾਓ। ਇਹ ਬੜੀਆਂ ਸਹੂਲਤਾਂ ਦਿੱਤੀਆਂ ਗਈਆਂ। ਅੱਗੋਂ ਜਿਵੇਂ ਜਿਵੇਂ ਇਹਦੇ 'ਚ ਲੱਗੇਗਾ ਵੀ ਕੋਈ ਮੁਸ਼ਕਿਲ ਨਹੀਂ ਆ ਰਹੀ, ਬਾਹਰੋਂ ਜਿਹੜੇ ਆ ਰਹੇ ਆ ਪ੍ਰਵਾਸੀ, ਉਹਨਾਂ ਦੇ ਕਰਕੇ ਕੁਝ ਫੈਲਾਅ ਦਾ ਖਤਰਾ ਨਹੀਂ ਹੋ ਸਕਦਾ, ਹੋਰ ਵੀ ਇਹਨਾਂ 'ਚ ਰਿਲੈਕਸੇਸ਼ਨਸ ਕਰ ਦਿੱਤੀਆਂ ਜਾਣ, ਪਰ ਇਹ ਸਹਿਜ ਤਰੀਕੇ ਨਾਲ ਹੋਣਗੀਆਂ, ਹੌਲੀ ਹੌਲੀ ਹੋਣਗੀਆਂ। ਜਿਹੜੀ ਅੱਜ ਮੁਸ਼ਕਿਲ ਸਾਹਮਣੇ ਆਈ ਹੈ, ਖਰਚੇ ਵਾਲੀ ਆਈ ਹੈ, ਫਲਾਈਟਾਂ ਵਧਾਉਣ ਵਾਲੀ ਆਈ ਹੈ, ਇਹ ਬਕਾਇਦਾ ਤੌਰ ਤੇ ਟੇਕਅਪ ਕੀਤਾ ਜਾਏਗਾ, ਮੈਂ ਤੁਹਾਨੂੰ ਯਕੀਨ ਦਿਲਵਾਉਣਾ। ਬਿਲਕੁਲ ਬਿਲਕੁਲ, ਧੰਨਵਾਦ ਆਸ਼ੂ ਜੀ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਜੁੜਨ ਦੇ ਲਈ ਔਰ ਪੰਜਾਬ ਸਰਕਾਰ ਦਾ ਪੱਖ ਰੱਖਣ ਲਈ ਔਰ ਇਹ ਭਰੋਸਾ ਦਿਵਾਉਣ ਲਈ ਘੱਟੋ ਘੱਟ ਕਿ ਹਾਂ ਸਰਕਾਰ ਬਿਲਕੁਲ ਇਨੀਸ਼ੀਏਟਿਵ ਲਏਗੀ, ਪਹਿਲ ਕਦਮੀ ਕਰੇਗੀ, ਸੈਂਟਰ ਦੇ ਨਾਲ ਗੱਲਬਾਤ ਕਰੇਗੀ। ਤੁਹਾਡਾ ਸ਼ੁਭਮ ਬਹੁਤ ਧੰਨਵਾਦ, ਸਤੀਸ਼ ਜੀ ਤੁਹਾਡਾ ਧੰਨਵਾਦ, ਸਰੋਜ ਜੀ ਤੁਹਾਡਾ ਧੰਨਵਾਦ ਔਰ ਜਿਹੜੇ ਵੀ ਕਾਲਰ ਸਾਡੇ ਨਾਲ ਜੁੜੇ ਵੱਖ-ਵੱਖ ਮੁਲਕਾਂ ਤੋਂ ਉਹਨਾਂ ਦਾ ਬਹੁਤ ਧੰਨਵਾਦ। ਪ੍ਰਵਾਸੀ ਲਗਾਤਾਰ ਇਹ ਮਸਲਾ ਉਠਾ ਰਹੇ ਨੇ, ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਕੀਤਾ ਤਾਂ ਕਿ ਪ੍ਰਵਾਸੀ ਭਾਈਚਾਰਾ ਜਿਹੜਾ ਬਹੁਤ ਅਹਿਮ ਭਾਈਚਾਰਾ ਹੈਗਾ, ਜਿਹੜਾ ਪੰਜਾਬ ਦੀ ਇਕਨੋਮੀ 'ਚ ਵੀ ਵੱਡਾ ਹਿੱਸੇਦਾਰ ਆ ਔਰ ਪੰਜਾਬ ਦੀ ਹਰ ਚੀਜ਼ ਦਾ ਹਿੱਸੇਦਾਰ ਹੈ, ਉਹਨਾਂ ਦੀ ਗੱਲ ਸਰਕਾਰ ਤੱਕ ਪਹੁੰਚ ਚੁੱਕੇ ਤੇ ਸਰਕਾਰ ਉਹਨਾਂ ਦੀ ਗੱਲ ਸੁਣੇ ਤੇ ਉਹਨਾਂ ਦੇ ਮਸਲਿਆਂ ਦਾ ਹੱਲ ਕੱਢੇ। ਤੁਸੀਂ ਦੇਖ ਰਹੇ ਸੀ ਪ੍ਰਾਈਮ ਟਾਈਮ। ਅੱਗੇ ਦੇਖੋ
ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ।